ਹੀਨੀਅਸ ਕ੍ਰਾਈਮ ਬਹੁਤ ਵੱਡੀ ਇੱਕ ਮਤਲਬ ਕਿ ਗੱਲ ਕਹੀ ਜਾਂਦੀ ਹੈ, ਮਤਲਬ ਕਿ ਇੱਕ ਵੱਡਾ ਟਰਮ ਹੈਗੀ ਹੈ ਕਾਨੂੰਨੀ ਭਾਸ਼ਾ ਦੇ ਵਿੱਚ। ਜੇ ਉਸ ਦੇ ਵਿੱਚ ਵੀ ਜੇ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ ਤੇ ਉਹਦੀ ਵੀ ਇੱਕ ਮਿਆਰ ਹੁੰਦੀ ਹੈ, ਚਾਹੇ ਉਹਦੇ 'ਚ ਉਮਰ ਕੈਦ ਹੋਵੇ ਜਾਂ ਉਹਦੇ 'ਚ ਕਿਸੇ ਨੂੰ 14 ਸਾਲ, ਕੋਈ 10 ਸਾਲ, ਕਿਸੇ ਨੂੰ 12 ਸਾਲ, ਜਿਵੇਂ ਜਿਵੇਂ ਵੀ ਬਣੀਆਂ ਹੋਈਆਂ ਨੇ ਆਰਟੀਕਲਸ ਦੇ ਥਰੂ। ਉਹਦੇ ਵਿੱਚ ਵੀ ਸਜ਼ਾ ਮੁੱਕਣ ਦੇ ਬਾਅਦ ਉਹ ਬਾਹਰ ਆਉਂਦੇ ਹੈ, ਕਿਉਂਕਿ ਇੱਕ ਹਿਊਮਨ ਬੀਇੰਗ ਦੀ ਇੱਕ ਹੱਦ ਮਿਆਦ ਉਹ ਖੁਦ ਹੀ ਉਹ ਕੋਟਾ ਨਹੀਂ ਤੈਅ ਕੀਤੀ ਹੁੰਦੀ ਹੈ। ਆਦਮੀ ਨੂੰ ਕੈਦ ਹੋ ਜਾਂਦੀ ਹੈ ਨਾ ਜੀ, ਕੈਦ ਤੋਂ ਬਾਅਦ ਅਦਾਲਤ ਦਾ ਹੱਕ ਹਕੂਕ ਲਗਭਗ ਖਤਮ ਹੋ ਜਾਂਦਾ ਹੈ। ਬਾਕੀ ਜਿਹੜੀ ਐਗਜ਼ੈਕਟਿਵ ਸਾਈਡ 'ਤੇ ਜਿਹੜੀ ਸਰਕਾਰ ਹੈ ਉਹਦੇ ਗੱਲ ਆ ਜਾਂਦੀ ਹੈ। ਅੱਜ ਕਿਸੇ ਆਦਮੀ ਨੂੰ ਉਮਰ ਕੈਦ ਹੋਈ ਹੈ, ਸਰਕਾਰ ਉਹਦੇ 'ਤੇ ਅਮਲ ਉਹਦੇ ਆਪਣੇ ਅਨੁਸਾਰ ਕਾਨੂੰਨੀ ਕਾਰਵਾਈ ਕਰਕੇ, ਮੀਟਿੰਗ ਕਰਕੇ, ਆਪਣੇ ਸੈਕਟਰੀਆਂ ਦੀ ਰਿਪੋਰਟ ਮੰਗ ਕੇ, ਪੁਲਿਸ ਦੀ ਰਿਪੋਰਟ ਕਰਕੇ ਉਹਨੂੰ ਤੁਸੀਂ ਅਗਲੇ ਦਿਨ ਛੱਡ ਸਕਦੇ ਹੋ। ਸਾਡੇ ਕੋਲ ਉਦਾਹਰਨਾਂ ਹੈ। ਕਿਸਾਨਾਂ ਨੇ ਆਪਣਾ ਸੰਘਰਸ਼ ਵਿੱਢਿਆ ਸੀਗਾ ਤੇ ਕਿਸਾਨਾਂ ਨੇ ਇਕਜੁੱਟਤਾ ਦਿਖਾਈ ਤੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਤੇ ਉਹਨਾਂ ਦੇ ਬੂਰ ਪਿਆ ਉਹਨਾਂ ਦੀ ਗੱਲ ਤੇ। ਉਸੇ ਤਰੀਕੇ ਨਾਲ ਸਰਕਾਰਾਂ ਸੁੱਤੀਆਂ ਨੂੰ ਜਗਾਉਣ ਵਾਸਤੇ ਕਿ ਤੁਹਾਨੂੰ ਵੀ ਲੋਕਾਂ ਨੂੰ ਉੱਦਾਂ ਹੀ ਨਾਲ ਲੈ ਕੇ ਜੋੜ ਕੇ ਜਥੇਬੰਦੀਆਂ ਨੂੰ ਆਪਣੀ ਆਵਾਜ਼ ਨਹੀਂ ਬੁਲੰਦ ਕਰਨੀ ਚਾਹੀਦੀ, ਕਿਉਂਕਿ ਇਹ ਹੁਣ ਉਹਦੇ 'ਚ ਜੁਡੀਸ਼ਰੀ ਦੀ ਤਾਂ ਗੱਲ ਨਹੀਂ ਹੈਗੀ, ਤਾਂ ਸਰਕਾਰਾਂ ਨੂੰ ਹੀ ਜਗਾਉਣਾ। ਉਹ ਮਜਬੂਰੀ ਹੈ ਵੀ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਰਿਹਾਈ ਲਈ ਕਹਿੰਦੇ ਹਾਂ ਉਹਨਾਂ ਨੂੰ ਅੱਤਵਾਦੀ ਕਿਰਦਾਰ ਦੇ ਨੇ, ਉਹ ਅੱਤਵਾਦੀ ਨੇ, ਅੱਤਵਾਦੀ ਗਤੀਵਿਧੀਆਂ 'ਚ ਆਏ ਨੇ, ਉਹਨਾਂ ਦੇ ਨਾਲ ਪਹਿਲੇ ਲੋਕ ਬੜੇ ਘੱਟ ਲੱਗਦੇ ਨੇ ਸਾਡੇ ਨਾਲ। ਦੂਜੀ ਗੱਲ, ਸਰਕਾਰ ਜਿਹੜੀ ਹੈ, ਸਰਕਾਰ ਇਹ ਮਹਿਸੂਸ ਕਰਦੀ ਹੈ ਜਾਂ ਸਰਕਾਰ ਦੀਆਂ ਏਜੰਸੀਆਂ ਇਹ ਕਹਿੰਦੇ ਵੀ ਅੱਤਵਾਦੀ ਹੋਣ ਕਰਕੇ ਇਹਨਾਂ ਨੂੰ ਛੱਡਿਆ ਜਾਏਗਾ, ਫਿਰ ਲਾ ਐਂਡ ਆਰਡਰ ਪ੍ਰੋਬਲਮ ਪੈਦਾ ਹੋਏਗੀ। ਕਿਸਾਨਾਂ ਦੇ ਕੋਲ ਬੜਾ ਵੱਡੀਆ ਇੱਕ ਇਹ ਜਿਹੜਾ ਸੀ ਗਰੁੱਪ ਦੇ ਹਿਸਾਬ ਦੇ ਨਾਲ, ਆਰਗੇਨਾਈਜੇਸ਼ਨ ਦੇ ਨਾਲ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਚੱਲ ਪਈਆਂ। ਚੱਲਣ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਕੋਲ ਜਿਹੜਾ ਸਪੋਰਟਿੰਗ ਲਾਈਨ ਵੱਡੀ ਬਣ ਗਈ। ਹੁਣ ਸਾਰੇ ਪੰਜਾਬ ਦੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਲੰਗਰ ਆਉਂਦਾ ਰਿਹਾ। ਸਿੱਖ ਸੈਂਟੀਮੈਂਟਸ ਨਾਲ ਜੁੜੀ ਹੋਈ, ਸਿੱਖ ਸੈਂਟੀਮੈਂਟਸ ਦੀ ਜੇ ਆਪਾਂ ਗੱਲ ਕਰ ਲਈਏ, ਰਿਲੀਜਨ ਦੀ ਗੱਲ ਕਰ ਲਈਏ, ਉਸੇ ਤਰੀਕੇ ਦੇ ਨਾਲ ਜੇ ਆਪਾਂ ਨਸ਼ੇ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਦੀ ਗੱਲ ਕਰ ਲਈਏ, ਮਾਹੌਲ ਦੀ ਗੱਲ ਕਰ ਲਈਏ, ਉਹਦਾ ਵੀ ਉੱਧਰ ਨੂੰ ਹੀ ਜਿਹੜਾ ਰੁੱਖ ਕਿਤੇ ਨਾ ਕਿਤੇ ਜਾਂਦਾ ਹੈਗਾ। ਸਿੱਖੀ ਜਿਹੜੇ ਨੇ ਜਾਂ ਸਾਡੀ ਜਿਹੜੀ ਨੌਜਵਾਨੀ ਉਹਦੇ ਕਾਂਡ ਦੀ ਗੱਲ ਹੁੰਦੀ ਹੈ। ਕੀ ਕਹੋਗੇ ਤੁਸੀਂ, ਤੁਹਾਡੀ ਕੀ ਮਤ, ਪੂਰਾ ਕਨਕਲੂਜਨ ਕੀ ਹੈ ਤੁਹਾਡਾ? ਉਹ ਕਨਕਲੂਜਨ ਹੈ ਬੜੀ ਸਾਦੀ ਜਿਹੀ ਗੱਲ ਹੈ। ਜਿਸ ਮੁਲਕ ਦੇ ਵਿੱਚ ਰਾਜਨੀਤਿਕ ਢਾਂਚਾ ਠੀਕ ਨਹੀਂ, ਉਹ ਮੁਲਕ ਤਰੱਕੀ ਨਹੀਂ ਕਰ ਸਕਦਾ। ਉਸ ਮੁਲਕ 'ਚ ਕਦੀ ਅਮਨ ਨਹੀਂ ਆਏਗਾ। ਜਿਸ ਮੁਲਕ ਦੇ ਵਿੱਚ ਜਾਤ ਪਾਤ ਦੇ ਆਧਾਰ 'ਤੇ ਜਿਹੜੀ ਵੰਡ ਕਰਕੇ ਵੋਟਾਂ ਲੈਣੀਆਂ ਨੇ, ਉਹ ਮੁਲਕ ਤਰੱਕੀ ਨਹੀਂ ਕਰ ਸਕਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਬਿੰਦੂ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਡਾਇਲੌਗ ਪ੍ਰੋਗਰਾਮ ਦੇ ਵਿੱਚ। ਅੱਜ ਸਾਡੇ ਨਾਲ ਬੜੀ ਵਧੀਆ ਤੇ ਚੰਗੀ ਸ਼ਖਸੀਅਤ ਨੇ ਐਡਵੋਕੇਟ ਅਮਰ ਸਿੰਘ ਚਹਿਲ। ਬੰਦੀ ਸਿੰਘਾਂ ਦੇ ਲਈ ਇਹਨਾਂ ਨੇ ਕੰਮ ਕੀਤਾ ਹੈ। ਬਹੁਤ ਲੰਮੇ ਸਮੇਂ ਤੋਂ ਹਿਊਮਨ ਰਾਈਟਸ ਲਈ ਲੜਾਈ ਲੜਦੇ ਆ ਰਹੇ ਨੇ। ਖਾਸ ਕਰਕੇ ਸਿੱਖਾਂ ਦੇ ਨਾਲ ਜਿੱਥੇ ਜਿੱਥੇ ਵੀ ਵਧੀਕੀਆਂ ਹੋਈਆਂ, ਉੱਥੇ ਹਮੇਸ਼ਾ ਅਮਰ ਸਿੰਘ ਚਹਿਲ ਜਿਹੜੇ ਨੇ ਉਹ ਖੜੇ ਮਿਲੇ ਨੇ। ਅੱਜ ਫਿਰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ, ਪਰ ਅਸੀਂ ਉਹਨਾਂ ਨਾਲ ਵਕਤ ਤੋਂ ਗੱਲ ਕਰਨ ਆ ਰਹੇ ਹਾਂ। ਇੱਕ ਵਾਰ ਫਿਰ ਆਵਾਜ਼ ਬੁਲੰਦ ਕਰਨਾ ਚਾਹ ਰਹੇ ਨੇ ਉਹ ਸਿੱਖਾਂ ਦੀ ਰਿਹਾਈ ਲਈ। ਉਹਦੇ ਲਈ ਕੋਈ ਰੋਡ ਮੈਪ ਇਹਨਾਂ ਨੇ ਤਿਆਰ ਕੀਤਾ ਹੈ। 11 ਜਨਵਰੀ ਨੂੰ ਇਹਨਾਂ ਨੇ ਇੱਕ ਮਾਰਚ ਜਿਹੜਾ ਹੈਗਾ, ਕੁਝ ਜਥੇਬੰਦੀਆਂ ਨੇ ਜਿਹੜਾ ਰਲ ਕੇ ਕਰਨਾ ਹੈ। ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ। ਸਾਡੇ ਨਾਲ ਨੇ ਅਮਰ ਸਿੰਘ ਚਹਿਲ। ਸਰ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਸਰ, ਜਿਹੜਾ ਪਹਿਲਾਂ ਤਾਂ ਅੱਜ ਵਾਲੀ ਗੱਲ ਕਰ ਲਈਏ ਵੀ ਤੁਸੀਂ ਜਿਹੜਾ ਪ੍ਰੋਗਰਾਮ ਉਲੀਕਣਾ ਹੈ ਅਗਲੇ ਦਿਨਾਂ ਦੇ ਵਿੱਚ, ਜਨਵਰੀ 11 ਨੂੰ ਤੁਸੀਂ ਇੱਕ ਕੀਤਾ ਜਥੇਬੰਦੀਆਂ ਨੇ ਰਲ ਕੇ, ਉਹ ਕੀ ਪ੍ਰੋਗਰਾਮ ਹੈਗਾ? ਉਹ ਪ੍ਰੋਗਰਾਮ ਹੈ ਜੀ, ਕੁਛ ਸਿੱਖ ਪੰਥ ਦੇ ਵਿੱਚੋਂ ਸੱਜਣ ਨੇ ਜਿਹੜੇ ਬਹੁਤ ਪਿਛਲੇ 20-25 ਸਾਲਾਂ ਤੋਂ ਜੇਲ੍ਹਾਂ 'ਚ ਬੰਦ ਨੇ। ਉਹਨਾਂ ਦੇ ਕੇਸ ਵੀ ਖਤਮ ਹੋ ਗਏ ਨੇ। ਉਹਨਾਂ ਦੀ ਜੇਲ੍ਹ ਜਿਹੜੀ ਮਿਆਦ ਹੁੰਦੀ ਹੈ, ਜਿੰਨੇ ਚਿਰ ਬਾਅਦ ਸਰਕਾਰ ਨੇ ਛੱਡਣਾ ਹੁੰਦਾ, ਉਹ ਵੀ ਖਤਮ ਹੋ ਗਈ ਹੈ। ਲੇਕਿਨ ਫਿਰ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਦੁਬਾਰਾ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਵੀ ਗੱਲ ਕਹੀਏ,
ਰਾਜਨੀਤਿਕ ਤੌਰ 'ਤੇ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਵੀ ਗਈ ਹੈ, ਉਹਨਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਵੀ ਇਹ ਗੱਲ ਜਿਹੜੀ ਹੈ ਗੈਰ ਕਾਨੂੰਨੀ ਆ, ਤੁਸੀਂ ਜਿਨ੍ਹਾਂ ਦੀਆਂ ਕੈਦਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਛੱਡਣਾ ਵਾਜਬ ਬਣਦਾ ਹੈ। ਜਦੋਂ ਸਰਕਾਰ ਨੇ ਕੋਈ ਕਾਨੂੰਨ ਬਣਾਏ ਨੇ ਵੀ 12 ਸਾਲ ਤੋਂ ਬਾਅਦ 13 ਸਾਲ ਜਾਂ 14 ਸਾਲ ਤੋਂ ਵੱਧ ਜਿਹੜਾ ਹੈ ਬੰਦਾ ਅੰਦਰ ਰਹਿ ਲੈਂਦਾ ਹੈ, ਉਹਦੀ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਹੈ ਉਹ ਪੂਰੀ ਗਿਣ ਲੈਣੀ ਜਾਣੀ ਚਾਹੀਦੀ ਹੈ ਅਤੇ ਉਹਨੂੰ ਛੱਡ ਦੇਣਾ ਚਾਹੀਦਾ। ਅਤੇ ਇਹ ਸਾਡੇ ਜਿਹੜੇ ਸਿੱਖ ਪੰਥ ਦੇ ਜਾਂ ਸਿੱਖ ਸਮਾਜ ਦੇ ਵਿੱਚੋਂ ਕੁਝ ਲੋਕ ਨੇ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਰਿਹਾ? ਇਹ ਵਿਤਕਰਾ ਕਿਉਂ ਹੈ? ਗੈਰ ਕਾਨੂੰਨੀ ਕਿਉਂ ਹੈ? ਇਸ ਮਾਮਲੇ 'ਚ ਅਸੀਂ ਕਦੋਂ ਦੇ ਜਦੋਜਹਿਦ ਕਰ ਰਹੇ ਹਾਂ। ਮਤਲਬ 25-25 ਸਾਲ 30-30 ਸਾਲ ਜੇਲ੍ਹ 'ਚ ਰੱਖਣਾ ਕੋਈ ਇਨਸਾਨੀਅਤ ਨਹੀਂ ਨਾ ਹੈਗਾ, ਕੋਈ ਕਾਨੂੰਨ ਨਹੀਂ ਹੈਗਾ, ਕੋਈ ਹਿਊਮਨ ਰਾਈਟ ਦੀ ਗੱਲ ਕਰਦੇ ਹਾਂ ਅਸੀਂ। ਸਰਕਾਰ ਕਰਦੀ ਹੈ ਵੀ ਅਸੀਂ ਬੜੀ ਜਿਹੜੀ ਹੈ ਸਾਡੀ ਜਿਹੜੀ ਸਰਕਾਰ ਹੈ ਕਾਨੂੰਨੀ ਤੌਰ 'ਤੇ ਚੱਲਦੀ ਹੈ। ਸਿੱਖਾਂ ਲਈ ਉਹ ਕਾਨੂੰਨ ਕਿੱਧਰ ਗਏ ਨੇ? ਕਿਉਂ ਨਹੀਂ ਛੱਡਿਆ ਜਾ ਰਿਹਾ? ਇਸ ਕਰਕੇ ਜਦੋਜਹਿਦ ਅਸੀਂ ਕਦੀ ਪਟੀਸ਼ਨਾਂ ਕਰਦੇ ਹਾਂ ਜੀ, ਕਦੀ ਰਾਜਨੀਤਿਕ ਲੋਕਾਂ ਨੂੰ ਮਿਲਦੇ ਹਾਂ ਜੀ, ਕਦੀ ਇਸ ਤਰ੍ਹਾਂ ਅਸੀਂ ਮਾਰਚਾਂ ਕੱਢਦੇ ਹਾਂ, ਜੇਲ੍ਹਾਂ ਦਾ ਜਿਹੜਾ ਅਸੀਂ ਜੇਲ੍ਹਾਂ ਦੇ ਅੱਗੇ ਜਾ ਕੇ ਧਰਨੇ ਦਿੰਦੇ ਰਹੇ ਹਾਂ, ਅਤੇ ਲੇਕਿਨ ਅਜੇ ਤੱਕ ਕੋਈ ਉਹਦੇ ਵਿੱਚ ਸਰਕਾਰੀ ਤੌਰ 'ਤੇ ਕਿਸੇ ਬੰਨੇ ਕਦਮ ਨਹੀਂ ਠੀਕ ਜਿਹੜਾ ਹੈ ਸਾਡਾ ਉਹਦੇ 'ਤੇ ਅਮਲ ਕਰ ਰਹੀ। ਅਲਟੀਮੇਟਲੀ ਤਾਂ ਛੱਡਣਾ ਹੀ ਚਾਹੀਦਾ ਇਹਨਾਂ ਨੂੰ। ਇਸ ਕਰਕੇ ਏਡੀ ਵੱਡੀ ਬੇਇਨਸਾਫੀ ਦੇ ਖਿਲਾਫ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਰਹਿ ਗਿਆ, ਜਿਹੜਾ ਕਿ ਅਸੀਂ ਹੁਣ 11 ਤਰੀਕ ਨੂੰ ਫਤਿਹਗੜ੍ਹ ਸਾਹਿਬ ਤੋਂ ਗੁਰਦੁਆਰਾ ਜਿਹੜੇ ਹੈਗੇ ਨੇ ਉੱਥੋਂ ਮਾਰਚ ਇੱਕ ਲਿਆਵਾਂਗੇ ਅਤੇ ਚੰਡੀਗੜ੍ਹ ਗਵਰਨਰ ਹਾਊਸ ਤੱਕ ਉਹਨੂੰ ਜਾ ਕੇ ਮੈਮੋਰੈਂਡਮ ਦਿਆਂਗੇ ਵੀ ਇਹ ਗੱਲ ਜਿਹੜੀ ਹੈ ਇਹਨੂੰ ਜਿਹੜਾ ਸਰਕਾਰੀ ਤੌਰ 'ਤੇ ਭਾਵੇਂ ਉਹ ਚੰਡੀਗੜ੍ਹ ਸਰਕਾਰ ਨਾਲ ਕੰਸਰਨ ਹੈ, ਭਾਵੇਂ ਪੰਜਾਬ ਸਰਕਾਰ ਨਾਲ ਹੈ, ਚਾਹੇ ਦਿੱਲੀ ਸਰਕਾਰ ਨਾਲ ਹੈ, ਅਤੇ ਇਹਨਾਂ ਨੂੰ ਕਿਉਂਕਿ ਦਿੱਲੀ ਸਰਕਾਰ ਦੇ ਵੀ ਐਡਮਿਨਿਸਟ੍ਰੇਟਰ ਹੈ ਪੰਜਾਬ ਦਾ ਗਵਰਨਰ ਜਿਹੜਾ ਹੈ, ਅਤੇ ਦਿੱਲੀ ਹੈ ਜਿਹੜੀ ਹੈਗੀ ਹੈ ਚੰਡੀਗੜ੍ਹ ਦੇ ਵਿੱਚੋਂ ਕੁਝ ਸਾਡੇ ਨੇ, ਜਿਸ ਤਰ੍ਹਾਂ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਨੇ, ਜਾਂ ਪਰਮਜੀਤ ਸਿੰਘ ਪਿਓਰਾ ਹੈ, ਗੁਰਮੀਤ ਸਿੰਘ ਹੈ, ਸ਼ਮਸ਼ੇਰ ਸਿੰਘ ਹੈ, ਲਖਵਿੰਦਰ ਸਿੰਘ ਹੈ, ਇਹਨਾਂ ਜਗਤਾਰ ਸਿੰਘ ਤਾਰਾ ਹੈ, ਇਹਨਾਂ ਸਾਰਿਆਂ ਨੂੰ ਚੰਡੀਗੜ੍ਹ ਤੋਂ ਕੈਦ ਹੋਈ ਹੈ। ਇਹਨਾਂ ਨੂੰ ਛੱਡਣਾ ਵਾਜਬ ਹੈ। ਕਿੱਡੀ ਵੱਡੀ ਬੇਇਨਸਾਫੀ ਹੈ ਵੀ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਹੈਗੀ ਆ ਇੱਕ ਕੇਸ ਹੈ ਜੀ ਪਿਛਲੇ 20 ਸਾਲ ਤੋਂ ਰਜਿਸਟਰ ਹੋਇਆ, ਬਾਕੀ ਸਾਰੇ ਕੇਸ ਉਹਦੇ ਖਤਮ ਹੋ ਗਏ ਨੇ। ਉਹਦੇ 'ਚ ਅਸੀਂ ਦੁਬਾਰਾ ਕਹਿੰਦੇ ਹਾਂ ਵੀ ਤੁਸੀਂ ਉਹਦਾ ਜੀ ਟਰਾਇਲ ਸ਼ੁਰੂ ਕਰੋ, ਉਹਦੇ ਕੇਸ ਦੀ ਪੂਰਤੀ ਕਰੋ। ਉਹ ਅਦਾਲਤਾਂ ਉਹਦੀ ਪੂਰਤੀ ਲਈ ਉਹਨੂੰ ਕੇਸ ਨੂੰ ਚਲਾਉਣ ਲਈ ਵੀ ਕੋਈ ਤਿਆਰ ਨਹੀਂ, ਨਾ ਸਰਕਾਰੀ ਤੌਰ 'ਤੇ ਨਾ ਅਦਾਲਤਾਂ ਉਹਦਾ ਕੋਈ ਜਿਹੜਾ ਠੀਕ ਤਰੀਕੇ ਨਾਲ ਚੱਲ ਰਹੀਆਂ ਨੇ। ਇਹ ਸਰਕਾਰ ਦੀ ਡਿਊਟੀ ਹੈ ਵੀ ਜੇ ਕਿਸੇ ਨੇ ਕ੍ਰਾਈਮ ਕੀਤਾ ਹੈ ਉਹਦੇ 'ਤੇ ਕੇਸ ਚਲਾ ਕੇ ਉਹਨੂੰ ਬਰੀ ਹੋਵੇ ਚਾਹੇ ਕਹਿ ਦੇਵੇ। ਐਡਾ ਵੀ ਕੋਈ ਕਾਨੂੰਨ ਹੈਗਾ ਜੀ? ਇਸ ਤਰ੍ਹਾਂ ਦਾ ਵੀ ਕੋਈ ਕਾਨੂੰਨ ਹੋਣਾ ਚਾਹੀਦਾ ਵੀ ਆਦਮੀ 'ਤੇ ਕੇਸ ਰਜਿਸਟਰ ਕਰ ਲਓ, ਉਹਨੂੰ ਜੇਲ੍ਹ 'ਚ ਭੇਜ ਦਿਓ ਔਰ ਉਹਦਾ ਜਿਹੜਾ ਹੈ ਉਹਦਾ ਟਰਾਇਲ ਹੀ ਨਾ ਕਰੋ। ਇਸ ਤੋਂ ਵੱਡੀ ਬੇਇਨਸਾਫੀ ਹੋਰ ਕੀ ਹੋ ਸਕਦੀ ਹੈ? ਸੋ ਉਹਦੇ ਲਈ ਅਸੀਂ ਹੁਣ ਇਸ ਮਾਮਲੇ 'ਚ ਕਾਨੂੰਨੀ ਤੌਰ 'ਤੇ ਵੀ ਕੋਸ਼ਿਸ਼ ਕਰਦੇ ਹਾਂ, ਮਨੁੱਖੀ ਅਧਿਕਾਰਾਂ ਦੀ ਵੀ ਗੱਲ ਕਰਦੇ ਹਾਂ। ਅਸੀਂ ਸਾਰੇ ਜਿਹੜੇ ਇਹ ਵੱਧ ਤੋਂ ਵੱਧ ਐਫਰਟਸ ਹੈ ਉਹ ਕਰਨ ਤੋਂ ਬਗੈਰ ਸਾਡਾ ਕੋਈ ਚਾਰਾ ਹੀ ਨਹੀਂ। ਹੁਣ ਕਰਨਾ ਜ਼ਰੂਰੀ ਹੈ ਕਿ ਜਿਨ੍ਹਾਂ ਦੇ ਬੰਦੇ ਅੰਦਰ ਨੇ, ਜਿਹੜੇ ਇੰਨੇ ਸਾਲ ਤੋਂ ਅੰਦਰ ਨੇ, ਉਹਨਾਂ ਦੀ ਸਮਰੱਥਾ ਤੋਂ ਬਾਹਰ ਹੋ ਗਿਆ ਹੈ। ਜਿੰਨਾ ਚਿਰ ਸਾਡੇ ਵਰਗੇ ਸੱਜਣ ਚਾਹੇ ਕੋਈ ਉਹਨਾਂ ਦੀ ਬਾਂਹ ਨਹੀਂ ਫੜਦੇ, ਕੋਈ ਸੰਸਥਾਵਾਂ ਨਹੀਂ ਫੜਦੀਆਂ, ਉਹਨਾਂ ਲਈ ਤਾਂ ਲਗਭਗ ਸਾਰੀ ਦੀ ਸਾਰੀ ਕਾਨੂੰਨੀ ਪ੍ਰਕਿਰਿਆ ਜਿਹੜੀ ਬੰਦ ਹੋਈ ਜੀ। ਜਿਹੜੀ ਚੈਲ ਸਾਹਿਬ ਹੀਨੀਅਸ ਕ੍ਰਾਈਮ ਦੀ ਗੱਲ ਕਰਦੇ ਹਾਂ। ਜੇ ਕਾਨੂੰਨ ਦੀ ਭਾਸ਼ਾ 'ਚ ਆਪਾਂ ਗੱਲ ਕਰੀਏ, ਹੀਨੀਅਸ ਕ੍ਰਾਈਮ ਇੱਕ ਵਰਡ ਹੈਗਾ। ਹੀਨੀਅਸ ਕ੍ਰਾਈਮ ਬਹੁਤ ਵੱਡੀ ਇੱਕ ਮਤਲਬ ਕਿ ਗੱਲ ਕਹੀ ਜਾਂਦੀ ਹੈ, ਮਤਲਬ ਕਿ ਇੱਕ ਵੱਡਾ ਟਰਮ ਹੈਗੀ ਹੈ ਕਾਨੂੰਨੀ ਭਾਸ਼ਾ ਦੇ ਵਿੱਚ। ਜੇ ਉਸ ਦੇ ਵਿੱਚ ਵੀ ਜੇ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ ਅਤੇ ਉਹਦੀ ਵੀ ਇੱਕ ਮਿਆਰ ਹੁੰਦੀ ਹੈ, ਚਾਹੇ ਉਹਦੇ 'ਚ ਉਮਰ ਕੈਦ ਹੋਵੇ ਜਾਂ ਉਹਦੇ 'ਚ ਕਿਸੇ ਨੂੰ 14 ਸਾਲ, ਕੋਈ 10 ਸਾਲ, ਕਿਸੇ ਨੂੰ 12 ਸਾਲ, ਜਿਵੇਂ ਵੀ ਬਣੀਆਂ ਹੋਈਆਂ ਨੇ ਆਰਟੀਕਲਸ ਦੇ ਥਰੂ। ਉਹਦੇ ਵਿੱਚ ਵੀ ਸਜ਼ਾ ਮੁੱਕਣ ਦੇ ਬਾਅਦ ਉਹ ਬਾਹਰ ਆਉਂਦੇ ਹੈ, ਕਿਉਂਕਿ ਇੱਕ ਹਿਊਮਨ ਬੀਇੰਗ ਦੀ ਇੱਕ ਹੱਦ ਮਿਆਦ ਉਹ ਖੁਦ ਹੀ ਉਹ ਕੋਟਾ ਨਹੀਂ ਤੈਅ ਕੀਤੀ ਹੁੰਦੀ ਹੈ। ਇਹ ਨਹੀਂ ਕਿ ਕੋਈ ਸਜ਼ਾ ਲੈਣ ਵਾਲਾ ਜਾਂ ਕੋਈ ਉਹਦਾ ਪੱਖ ਦਾ ਵਕੀਲ ਜਿਹੜਾ ਹੈ ਉਹ ਤੈਅ ਕਰਦਾ ਹੈ, ਮਤਲਬ ਕਿ ਮਿਆਦ ਜਿਹੜੀ ਹੈਗੀ ਹੈ ਉਹ ਮਿਆਦ ਵੀ ਜਿਹੜੀ ਹੈਗੀ ਹੈ ਕੋਰਟ ਨੇ ਹੀ ਤੈਅ ਕੀਤੀ ਹੁੰਦੀ ਹੈ। ਅਤੇ ਕੀ ਮਤਲਬ ਕਿ ਤੁਸੀਂ ਕਾਨੂੰਨ ਦੇ ਮਾਹਿਰ ਹੋ, ਪੁਰਾਣੇ ਲੰਮੇ ਸਮੇਂ ਤੋਂ ਤੁਸੀਂ ਕਾਨੂੰਨ ਨੂੰ ਮਤਲਬ ਪੜ੍ਹਦੇ ਲਿਖਦੇ ਅਤੇ ਆਪਣੀਆਂ ਦਲੀਲਾਂ ਕਰਦੇ ਆ ਰਹੇ ਹੋ ਵੱਡੇ ਵੱਡੇ ਅਦਾਲਤਾਂ ਦੇ ਵਿੱਚ, ਸੁਪਰੀਮ ਕੋਰਟ, ਹਾਈ ਕੋਰਟ ਦੇ ਵਿੱਚ। ਕੀ ਵਜ੍ਹਾ ਹੈਗੀ ਹੈ ਕਿ ਅਦਾਲਤਾਂ ਆਪਣੇ ਹੀ ਦਿੱਤੀ ਸਜ਼ਾ ਦੇ ਬਾਅਦ, ਆਪਣੀ ਹੀ ਮਿਆਦ ਖਤਮ ਹੋਣ ਦੇ ਬਾਅਦ ਉਸ 'ਤੇ ਲੀਕ ਨਹੀਂ ਮਾਰਦੀਆਂ? ਦੇਖੋ, ਇਹ ਜਦੋਂ ਆਦਮੀ ਨੂੰ ਕੈਦ ਹੋ ਜਾਂਦੀ ਹੈ ਨਾ ਜੀ, ਕੈਦ ਤੋਂ ਬਾਅਦ ਅਦਾਲਤ ਦਾ ਹੱਕ ਹਕੂਕ ਲਗਭਗ ਖਤਮ ਹੋ ਜਾਂਦਾ ਹੈ।
ਬਾਕੀ ਜਿਹੜੀ ਐਗਜ਼ੈਕਟਿਵ ਸਾਈਡ ਤੇ ਜਿਹੜੀ ਸਰਕਾਰ ਹੈ ਉਹਦੇ ਗੱਲ ਆ ਜਾਂਦੀ ਹੈ। ਅੱਜ ਕਿਸੇ ਆਦਮੀ ਨੂੰ ਉਮਰ ਕੈਦ ਹੋਈ ਹੈ, ਸਰਕਾਰ ਉਹਦੇ ਤੇ ਅਮਲ ਉਹਦੇ ਆਪਣੇ ਅਨੁਸਾਰ ਕਾਨੂੰਨੀ ਕਾਰਵਾਈ ਕਰਕੇ, ਮੀਟਿੰਗ ਕਰਕੇ, ਆਪਣੇ ਸੈਕਟਰੀਆਂ ਦੀ ਰਿਪੋਰਟ ਮੰਗ ਕੇ, ਪੁਲਿਸ ਦੀ ਰਿਪੋਰਟ ਕਰਕੇ ਉਹਨੂੰ ਤੁਸੀਂ ਅਗਲੇ ਦਿਨ ਛੱਡ ਸਕਦੇ ਆ। ਸਾਡੇ ਕੋਲ ਉਦਾਹਰਨਾਂ ਹੈ, ਪੰਜਾਬ ਦੇ ਵਿੱਚ ਕਿੰਨੇ ਗਰੁੱਪ ਨੇ ਪੁਲਿਸ ਵਾਲਿਆਂ ਦੇ ਜਿਨ੍ਹਾਂ ਨੂੰ ਕੈਦਾਂ ਹੋਈਆਂ ਨੇ, ਉਹਨਾਂ ਨੇ ਬੰਦੇ ਮਾਰੇ, ਝੂਠੇ ਮੁਕਾਬਲੇ ਬਣ ਕੇ ਮਾਰਤੇ, ਉਹਨਾਂ ਨੂੰ ਉਮਰ ਕੈਦ ਹੋ ਗਈ। ਉਮਰ ਕੈਦ ਹੋਣ ਤੋਂ ਬਾਅਦ ਜਿਹੜਾ ਹੈ ਪਹਿਲੇ ਤਾਂ ਉਹਨਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ। ਗ੍ਰਿਫਤਾਰ ਜੇ ਕਿਸੇ ਨੂੰ ਕੀਤਾ, ਜ਼ਮਾਨਤਾਂ ਹੋ ਗਈਆਂ। ਜੇ ਜ਼ਮਾਨਤਾਂ ਤੋਂ ਬਾਅਦ ਸਜ਼ਾ ਹੋਈ ਹੈ, ਜਿਹੜਾ ਹੈ ਉਹ 15-15, 10-10, 16-16, 20-20 ਸਾਲ ਕੇਸ ਚੱਲੇ ਨੇ। 20 ਸਾਲ ਬਾਅਦ ਉਹਨੂੰ ਕੈਦ ਹੋਈ ਹੈ। ਕੈਦ ਹੋਣ ਤੋਂ 2 ਸਾਲ ਬਾਅਦ ਜਿਹੜਾ ਹੈ ਗਵਰਨਰ ਨੇ ਉਹਨਾਂ ਨੂੰ ਮਨਜ਼ੂਰੀ ਦੇ ਕੇ ਸਜ਼ਾ ਜਿਹੜੀ ਛੋੜ ਦਿੱਤਾ ਹੈ। ਉਹ ਕਾਨੂੰਨ ਕਿਹੜਾ ਹੈ? ਕਾਨੂੰਨ ਦੇ ਦੋਹਰੇ ਮਾਪ ਨੇ। ਸਰਕਾਰ ਜਿਹਨੂੰ ਚਾਹੇ ਛੱਡ ਦਿੰਦੀ ਹੈ, ਜਿਹਨੂੰ ਚਾਹੇ ਨਹੀਂ ਛੱਡ ਦਿੰਦੀ। ਇਹ ਇਸੇ ਤੇ ਗੱਲ 'ਤੇ ਅਸੀਂ ਕਹਿੰਦੇ ਹਾਂ ਵੀ ਜਿਨ੍ਹਾਂ ਨੇ ਸ਼ਰੇਆਮ ਬੰਦੇ ਮਾਰੇ ਨੇ ਪੁਲਿਸ ਵਾਲਿਆਂ ਨੂੰ, ਉਹਨਾਂ ਨੂੰ ਤਾਂ ਤੁਸੀਂ ਛੱਡੇ ਜਾਂਦੇ ਆ। ਜਿਹੜੇ ਪੋਲੀਟੀਕਲ ਮਰਡਰ ਹੋਏ ਨੇ, ਬਿਆਨ ਸਿੰਘ ਨੂੰ ਮਾਰਨ ਲਈ ਜਗਤਾਰ ਸਿੰਘ ਵਾਰੇ ਨੇ ਕੋਈ ਜ਼ਮੀਨ ਦਾ ਕੇਸ ਨਹੀਂ ਸੀ, ਉਹਦਾ ਕੋਈ ਜਾਤੀ ਰੰਜਿਸ਼ ਨਹੀਂ ਸੀ। ਬਾਕੀ ਦੇ ਵੀ ਜਿਹੜੇ ਉਹਦੇ ਸਾਥੀ ਸੀ, ਉਹਨਾਂ ਦੀ ਉਹਨਾਂ ਦਾ ਕੋਈ ਰੰਜਿਸ਼ ਨਹੀਂ ਸੀ, ਕੋਈ ਦੁਸ਼ਮਣੀ ਨਹੀਂ ਸੀ, ਕੋਈ ਉਹਨਾਂ ਦਾ ਪੁਰਾਣਾ ਕੋਈ ਆਪਸ ਵਿੱਚ ਦੀ ਗੈਰ ਜਿਹੜਾ ਹੈਗਾ ਸੀ, ਉਹਨਾਂ ਦਾ ਕੋਈ ਸੰਬੰਧ ਗੜਬੜ ਵਾਲੇ ਨਹੀਂ ਸੀ। ਕਿਉਂ ਮਾਰਿਆ ਗਿਆ? ਉਹਦੇ ਕਾਰਨ ਸਨ, ਪੋਲੀਟੀਕਲ ਸਨ, ਧਾਰਮਿਕ ਸਨ, ਜਿਸ ਕਰਕੇ ਉਹਨੂੰ ਮਾਰਿਆ ਗਿਆ। ਸਭ ਤੋਂ ਵੱਡਾ ਉਹਦੇ 'ਤੇ ਇਲਜ਼ਾਮ ਇਹ ਸੀ ਵੀ ਉਹ ਐਨਕਾਊਂਟਰਾਂ 'ਚ ਬੰਦੇ ਮਰਵਾਈ ਜਾਂਦਾ, ਜਿਹੜੇ ਕਿ ਨਹੀਂ ਹੋਣੇ ਚਾਹੀਦੇ, ਕਾਨੂੰਨ ਨਹੀਂ ਪਰਮਿਟ ਕਰਦਾ। ਦੂਜਾ ਉਹਦੇ 'ਚ ਗੱਲ ਇਹ ਆ ਗਈ, ਇੱਕ ਪਟਿਆਲੇ ਮੀਟਿੰਗ ਹੋਈ, ਜਿਹੜਾ ਬਿਆਨ ਸਿੰਘ ਮਰਡਰ ਕੇਸ ਟਰਾਇਲ ਹੋਇਆ ਨਾ, ਉਹਦੇ ਵਿੱਚ ਸਟੋਰੀ ਬਣਾਈ ਸੀ ਉਹਨਾਂ ਨੇ, ਪੁਲਿਸ ਵਾਲੇ ਨੇ, ਵੀ ਬਿਆਨ ਸਿੰਘ ਦੇ ਮੁੱਖ ਮੰਤਰੀ ਹੁੰਦੇ ਇੱਕ ਪਟਿਆਲੇ ਮੀਟਿੰਗ ਹੋਈ, ਇਹਦਾ ਮਤਲਬ ਇਹਨਾਂ ਨੇ ਕਾਨਫਰੰਸ ਕੀਤੀ, ਮੀਟਿੰਗ ਕੀਤੀ। ਉਹਦੇ 'ਚ ਇੱਕ ਸੱਜਣ ਨੇ ਬਿਆਨ ਸਿੰਘ ਦੀ ਤੁਲਨਾ ਕਰ ਦਿੱਤੀ ਗੁਰੂ ਨਾਨਕ ਨਾਲ, ਸ਼੍ਰੀ ਕ੍ਰਿਸ਼ਨ ਨਾਲ। ਇਹਨਾਂ ਮੁੰਡਿਆਂ ਨੇ ਕਿਹਾ ਵੀ ਬਿਆਨ ਸਿੰਘ ਏਡਾ ਵੱਡਾ ਆਦਮੀ ਬਣ ਗਿਆ ਵੀ ਗੁਰੂਆਂ, ਪੀਰਾਂ, ਪੈਗੰਬਰਾਂ ਨਾਲ ਇਹਦੀ ਜਿਹੜੀ ਹੈਗੀ ਆ, ਇਹਦੀ ਤੁਲਨਾ ਕਰਨ ਲੱਗ ਪਿਆ। ਇਹ ਤਾਂ ਉਹ ਆਦਮੀ ਆ ਜਿਹੜੇ ਨੌਜਵਾਨ ਕਤਲ ਕਰਵਾ ਰਿਹਾ ਹੈ, ਇਹਦੇ ਨਾਲ ਕਿੱਥੋਂ ਆ ਗਈ ਆਪਣੇ ਆਪ ਨੂੰ ਐਡਾ ਵੱਡਾ? ਇਹ ਵਨ ਆਫ ਦੀ ਰੀਜ਼ਨ ਇਹ ਸੀ ਉਹਨੂੰ ਵੀ ਮੁੰਡੇ ਮਰਵਾ ਰਿਹਾ ਹੈ, ਗੈਰ ਕਾਨੂੰਨੀ ਮਰਵਾ ਰਿਹਾ ਹੈ, ਫੇਕ ਐਨਕਾਊਂਟਰ ਕਰ ਰਿਹਾ ਨੇ, ਅਤੇ ਇੱਕ ਆਪਣੇ ਆਪ ਨੂੰ ਇਹ ਪੈਗੰਬਰ ਬਣਨ ਲੱਗਾ। ਇਸ ਕਰਕੇ ਇਹਨੂੰ ਜਿਹੜਾ ਖਤਮ ਕਰਨਾ ਜ਼ਰੂਰੀ ਹੈ। ਇਹ ਸੀ, ਇਹ ਹੁਣ ਮੋਟਿਵ ਜਿਹੜਾ ਹੈ ਮੇਰਾ, ਤੁਹਾਡਾ, ਸਾਰਿਆਂ ਦਾ ਇਹਦੇ ਨਾਲ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਜਿਨ੍ਹਾਂ ਦੇ ਮੁੰਡੇ ਮਾਰੇ ਜਾ ਰਹੇ ਸੀ, ਉਹ ਤਾਂ ਇਸ ਗੱਲ 'ਚੋਂ ਉਹਨਾਂ ਦੇ ਬੱਚੇ ਨੇ, ਹਜ਼ਾਰਾਂ ਬੱਚੇ ਨੇ। ਬਿਆਨ ਸਿੰਘ ਦੇ ਮਰਨ ਤੋਂ ਬਾਅਦ ਬਰਾੜ ਸਾਹਿਬ, ਹਰਚੰਦ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ। ਲਗਭਗ 95% ਐਨਕਾਊਂਟਰ ਬੰਦ ਹੋ ਗਏ ਸੀ। ਸੋ ਪੋਲੀਟੀਕਲ ਮਰਡਰ ਹੋਇਆ ਹੈ, ਕਿਸੇ ਦਾ ਨੁਕਸਾਨ ਨਹੀਂ ਹੋਇਆ। ਨੁਕਸਾਨ ਇੱਕ ਸਿਸਟਮ ਨੂੰ ਬਚਾਉਣ ਲਈ ਉਹਨਾਂ ਨੇ ਮਾਰਿਆ ਇਹਨੂੰ, ਅਤੇ ਜੇ ਮਾਰ ਦਿੱਤਾ ਹੈ ਉਹਨੂੰ, ਉਹਨਾਂ ਨੇ ਕੇਸ ਵੀ ਫਿਰ ਜਿਹੜਾ ਫੇਸ ਕੀਤਾ ਹੈ, ਉਹਨਾਂ ਨੂੰ ਸਜ਼ਾ ਵੀ ਹੋ ਗਈ ਹੈ, ਸਜ਼ਾ ਭੁਗਤ ਲਈ ਹੈ, ਫਿਰ ਛੱਡਣ ਦਾ ਕਿਉਂ ਨਹੀਂ ਮਤਲਬ ਆਇਆ? ਇਹ ਕਾਨੂੰਨ ਕਿੱਥੋਂ ਲਿਆਉਂਦੇ ਨੇ? ਇਸ ਕਰਕੇ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਹੀਨੀਅਸ ਕ੍ਰਾਈਮ, ਕਤਲ ਤੋਂ ਵੱਡਾ ਹੀਨੀਅਸ ਕ੍ਰਾਈਮ ਸਾਡੀ IPC 'ਚ ਕੁਛ ਨਹੀਂ ਹੈਗਾ, ਠੀਕ ਹੈ ਨਾ ਜੀ। ਕਤਲ ਦੇ ਕੇਸ 'ਚ ਦੋ ਸਜ਼ਾਵਾਂ, ਇੱਕ ਚਾਹੇ ਉਹਨੂੰ ਫਾਂਸੀ ਚੜ੍ਹ ਦੇਣਾ, ਅਤੇ ਚਾਹੇ ਉਹਨੂੰ ਲਾਈਫ ਇੰਪ੍ਰਿਜ਼ਨਮੈਂਟ ਦੇਣੀ। ਲਾਈਫ ਇੰਪ੍ਰਿਜ਼ਨਮੈਂਟ 'ਚ ਸਾਰੀਆਂ ਸਟੇਟਾਂ ਨੇ ਰੂਲਸ ਬਣਾਏ ਨੇ ਵੀ ਆਇਆ ਜਦੋਂ ਗੁੱਡ ਕੰਡਕਟ ਪ੍ਰਿਜ਼ਨਰ ਦਾ 10-12 ਸਾਲ ਠੀਕ ਰਹਿੰਦਾ ਹੈ, ਜੇਲ੍ਹ 'ਚੋਂ ਕੋਈ ਉਹਦੇ ਖਿਲਾਫ ਹੈ ਨਹੀਂ, ਉਹਦਾ ਕੇਸ ਬਣਾ ਕੇ ਉਹਨੂੰ ਜਿਹੜਾ 12 ਜਾਂ 13-14 ਸਾਲ ਬਾਅਦ ਛੱਡ ਦੇਣਾ ਚਾਹੀਦਾ। ਅਤੇ ਜਦੋਂ ਸਾਰਿਆਂ ਨੂੰ ਛੱਡੀ ਜਾਂਦੀ, ਇਹਨਾਂ ਨੂੰ ਕਿਉਂ ਨਹੀਂ ਛੱਡਦੇ? ਰੀਜ਼ਨ ਕੀ ਹੈ? ਬਿਆਨ ਸਿੰਘ ਕੋਈ ਸੁਪਰ ਹਿਊਮਨ ਮੈਨ ਤੇ ਨਹੀਂ, ਬੰਦਾ ਮਰਿਆ, ਬਿਆਨ ਸਿੰਘ ਮਰ ਗਿਆ, ਚਾਹੇ ਮੈਂ ਮਰ ਗਿਆ, ਚਾਹੇ ਹੋਰ ਮਰ ਗਿਆ, ਬੰਦਾ ਹੀ ਮਰਿਆ। ਜੇ ਬਾਕੀ ਬੰਦਿਆਂ ਦੇ ਮਾਮਲੇ 'ਚ ਛੱਡਿਆ ਜਾ ਰਿਹਾ ਹੈ, ਅਤੇ ਇੱਥੇ 26-26, 25-25 ਸਾਲ ਐਡੀ ਵੱਡੀ ਬੇਇਨਸਾਫੀ ਹੋ ਰਹੀ ਹੈ। ਅਤੇ ਇਸ ਕਰਕੇ ਇਹ ਗੈਰ ਕਾਨੂੰਨੀ ਜਿਹੜੀ ਹੈ, ਇਹ ਸਰਕਾਰ ਨੂੰ ਬੰਦ ਕਰਨੀ ਚਾਹੀਦੀ ਆ। ਇਹਦੇ ਨਾਲ ਲੋਕਾਂ 'ਚ ਜਿਹੜੀ ਹੈ ਇਹਨਾਂ ਦੀ ਮਾਨਤਾ ਜਿਹੜੀ ਹੈ, ਸਿਸਟਮ ਦੀ ਐਜ਼ ਏ ਹੋਲ ਜਿਹੜੀ ਹੈ, ਉਹ ਮਾਨਤਾ ਘਟ ਰਹੀ ਹੈ। ਸਰ, ਫਿਰ ਮੈਂ ਗੱਲ ਉੱਥੇ ਲੈ ਕੇ ਆਵਾਂਗੀ ਇੱਕ ਵਾਰੀ ਕਿ ਤੁਸੀਂ ਕਿਹਾ ਕਿ ਜਿਹੜਾ ਸਜ਼ਾ ਦੇਣ ਤੋਂ ਬਾਅਦ ਕੋਰਟ ਦੀ ਜਿਹੜੀ ਹੈਗੀ ਉਹ ਆਪਣੀ ਜਿਹੜਾ ਇੰਟਰਫੇਰੈਂਸ ਹੈ ਉਹ ਸ਼ਾਇਦ ਖਤਮ ਹੋ ਜਾਂਦੀ ਹੈ, ਅਤੇ ਐਡਮਿਨਿਸਟ੍ਰੇਸ਼ਨ ਜਿਹੜੀ ਐਗਜ਼ੈਕਟਿਵ ਸਾਈਡ ਹੁੰਦੀ ਹੈ ਉਹਦੇ ਹੱਥ 'ਚ ਆ ਜਾਂਦਾ ਸਾਰਾ ਕੁਝ, ਅਤੇ ਸਰਕਾਰਾਂ ਜਿਹੜੀਆਂ ਜੇ ਚਾਹਣ ਤਾਂ ਛੱਡ ਸਕਦੀਆਂ ਨੇ ਕੋਈ ਵੀ ਸਜ਼ਾ ਯਾਫਤਾ ਜਿਹਦੀ ਸਜ਼ਾ ਖਤਮ ਹੋ ਜਾਂਦੀ ਹੈ। ਪਰ ਜੇ ਆਪਾਂ ਗੱਲ ਕਰੀਏ ਕਿ ਜੋ ਨਹੀਂ ਇੱਦਾਂ ਹੋ ਰਿਹਾ, ਕਿ ਕਿਸੇ ਤਰੀਕੇ ਦੇ ਨਾਲ ਫਿਰ ਉਹਦਾ ਸੂ ਮੋਟੋ ਜਾਂ ਕੁਛ ਵੀ ਕੋਰਟਸ ਨਹੀਂ ਲੈ ਸਕਦੀਆਂ? ਨਹੀਂ, ਕੋਰਟਸ ਲੈ ਸਕਦੀਆਂ ਨੇ,
ਲੇਕਿਨ ਕੋਰਟ 'ਚ ਜਾਣ ਕੇ ਇਹਨਾਂ ਦਾ ਫਿਰ ਕਹਿੰਦੇ ਜੀ ਇਹ ਤੁਹਾਡੇ ਅਧਿਕਾਰ ਹੈ, ਤੁਸੀਂ ਵਰਤੋ, ਅਸੀਂ ਕਿਉਂ ਦੇ। ਜਦੋਂ ਤੁਸੀਂ ਸਰਕਾਰ ਇਹ ਫੈਸਲਾ ਕਰ ਸਕਦੇ ਆ ਵੀ ਇਹਨੂੰ ਛੱਡਣਾ ਕਿ ਨਹੀਂ ਛੱਡਣਾ, ਫਿਰ ਸਾਡੇ 'ਤੇ ਕਿਉਂ ਜ਼ਿੰਮੇਵਾਰੀ ਪਾਉਂਦੇ? ਇਹਦੇ 'ਚ ਸਾਡੀਆਂ ਜਦੋਂ ਰਿਟ ਪਟੀਸ਼ਨ ਹੁੰਦੀਆਂ ਨਾ, ਹਾਈ ਕੋਰਟ ਜਾਂ ਦੂਜੀਆਂ ਅਦਾਲਤਾਂ, ਵੱਡੀ ਹਾਈ ਕੋਰਟ ਹੀ ਕਰ ਸਕਦੀ, ਬਾਕੀ ਤਾਂ ਨਹੀਂ ਕਰ ਸਕਦੀਆਂ, ਚਾਹੇ ਸੁਪਰੀਮ ਕੋਰਟ ਕਰ ਸਕਦੀ। ਉਹ ਕਹਿੰਦੇ ਜੀ ਅਸੀਂ ਸਰਕਾਰ ਨੂੰ ਇੱਕ ਡਾਇਰੈਕਸ਼ਨ ਦੇ ਦਿੱਤੀ ਆ ਵੀ ਤੁਸੀਂ ਇਹਦਾ ਫੈਸਲਾ ਕਰ ਦਿਓ। ਇਹ ਕੀ ਫੈਸਲਾ ਕਰਨਾ? ਫੈਸਲਾ ਇਹੋ ਹੀ ਕਰਨਾ, ਬੰਦੇ ਨੂੰ ਅੰਦਰ ਰੱਖਣਾ। ਅਦਾਲਤਾਂ ਇਹਦੇ 'ਚ ਨਹੀਂ ਇੰਟਰਫੇਅਰ ਕਰਦੀਆਂ। ਸੋ ਜਿਹੜਾ ਅਧਿਕਾਰ ਸਰਕਾਰ ਦਾ ਹੈ ਉਹ ਅਦਾਲਤਾਂ ਨਹੀਂ, ਜਿੱਥੇ ਚਾਹੁੰਦੀਆਂ ਵਰਤ ਕਰ ਸਕਦੀਆਂ ਨੇ, ਜਿੱਥੇ ਨਹੀਂ ਚਾਹੁੰਦੀਆਂ ਉੱਥੇ ਨਹੀਂ ਕਰਦੀਆਂ। ਹੁਣ ਇਹਦੇ 'ਚ ਅਦਾਲਤਾਂ ਦਾ ਜਿਹੜੇ ਜਿੱਦਾਂ ਦੀ ਅਸੀਂ ਗੱਲ ਕਰਦੇ ਹਾਂ ਰਿਹਾਈ ਲਈ, ਉਹਨਾਂ ਦਾ ਅਦਾਲਤ 'ਚ ਬਿਲਕੁਲ ਹੀ ਕਿਸੇ ਤਰ੍ਹਾਂ ਵੀ ਉਹਨਾਂ ਨੂੰ ਕੋਈ ਰਿਲੀਫ ਜਿਹੜਾ ਅਸੀਂ ਕਹਿੰਦੇ ਹਾਂ, ਉਹਨਾਂ ਨੂੰ ਕੋਈ ਵੀ ਜਿਹੜਾ ਹੈ ਇਹ ਜਿਹੜੀ ਹੈ ਕੋਈ ਫੈਸਿਲਿਟੀ ਦੇਣ ਨੂੰ ਤਿਆਰ ਨਹੀਂ ਵੀ ਉਹਨਾਂ ਨੂੰ ਤੁਸੀਂ 22 ਸਾਲ 25 ਸਾਲ ਕਿਉਂ ਛੱਡਿਆ, ਬਾਕੀ ਤੋਂ ਜਦੋਂ ਛੱਡਤਾ ਇਹਨਾਂ ਨੂੰ ਕਿਉਂ ਨਹੀਂ ਛੱਡਣਾ। ਉਹ ਕਹਿੰਦੇ ਜੀ ਇਹਨਾਂ ਦਾ ਰਾਈਟ ਹੈ, ਸਰਕਾਰ ਦਾ ਜੇ ਫੈਸਲਾ ਕਰਕੇ ਛੱਡ ਦਿੰਦੀ ਹੈ ਠੀਕ ਹੈ। ਹੁਣ ਜਿੱਥੇ ਬੰਦੇ ਪਹਿਲੇ ਛੱਡੇ ਗਏ ਨੇ ਉੱਥੇ ਰੇਟਾਂ ਵੀ ਹੋਈਆਂ ਨੇ ਵੀ ਜੀ ਇਹਨਾਂ ਨੂੰ ਤਾਂ 2-2 ਸਾਲ ਕੈਦ, 20 ਸਾਲ ਦੀ ਕੈਦ ਕੀਤੀ, ਉਮਰ ਕੈਦ ਕੀਤੀ ਸੀ, 2 ਸਾਲਾਂ ਬਾਅਦ ਛੱਡ ਕੇ ਕਹਿੰਦੇ ਜੀ ਉਹਨਾਂ ਦੀ ਮਰਜ਼ੀ, ਅਸੀਂ ਕੀ ਕਰੀਏ। ਸੋ ਇਹ ਗੱਲ ਜਿਹੜੀ ਹੈਗੀ ਆ, ਇਹ ਅਦਾਲਤਾਂ ਦੀ ਜਿਹੜੀ ਹੈਗੀ ਆ ਨਹੀਂ, ਅਧਿਕਾਰ ਐਗਜ਼ੈਕਟਿਵ ਦਾ ਹੈ। ਤੁਸੀਂ ਜਿੱਦਾਂ ਕਿਹਾ ਕਿ ਐਗਜ਼ੈਕਟਿਵ ਦਾ ਅਧਿਕਾਰ ਹੈ, ਉਸੇ ਗੱਲ ਤੇ ਫਿਰ ਆਪਾਂ ਆਉਂਦੇ ਹਾਂ ਕਿ ਜੇ ਹੁਣ ਕਾਨੂੰਨ ਦੀ ਲੜਾਈ ਜਾਂ ਅਦਾਲਤਾਂ ਚੋਂ ਬਾਹਰ ਆ ਕੇ ਸਰਕਾਰਾਂ ਦੇ ਹੱਥ 'ਚ ਆ ਗਈ ਹੈ, ਤੇ ਸਰਕਾਰਾਂ ਦੇ ਜੇ ਆਪਾਂ ਹੁਣ ਅੱਜ ਦੇ ਹਾਲਾਤ ਜਾਂ ਪਿਛਲੀਆਂ ਸਰਕਾਰਾਂ ਦੇ ਹਾਲਾਤ ਵੀ ਦੇਖ ਲਈਏ, ਜਿਹੜੇ ਵੀ ਕਿਸੇ ਵੀ ਤਰੀਕੇ ਦੇ ਨਾਲ ਸਰਕਾਰਾਂ ਤੋਂ ਦੁਖੀ ਨੇ, ਨਾਰਾਜ਼ ਨੇ, ਜਾਂ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਕੋਲ ਇਹੀ ਤਰੀਕੇ ਹੁੰਦੇ, ਪ੍ਰੋਟੈਸਟ ਕਰ ਰਹੇ ਨੇ, ਧਰਨੇ ਲਾ ਰਹੇ ਨੇ, ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ, ਜਿਹੜਾ ਕਿ ਉਹਨਾਂ ਦਾ ਇੱਕ ਫੰਡਾਮੈਂਟਲ ਰਾਈਟ ਵੀ ਹੈਗਾ। ਜੇ ਆਪਾਂ ਕੌਨਸਟੀਟਿਊਸ਼ਨ ਦੀ ਗੱਲ ਕਰੀਏ, ਜੇ ਸੰਵਿਧਾਨ ਦੀ ਗੱਲ ਕਰੀਏ, ਉਸੇ ਤਰੀਕੇ ਦੇ ਨਾਲ ਚਾਹੇ ਕੁਛ ਵੀ ਹੈਗਾ, ਚਾਹੇ ਉਹ ਐਸੇ ਦੇਸ਼ ਦੇ ਵਾਸੀ ਨੇ, ਹਜੇ ਉਹਨਾਂ ਦੇ ਆਧਾਰ ਕਾਰਡ ਜਾਂ ਉਹਨਾਂ ਦੀ ਪਿਛੋਕੜ ਜਿਹੜੇ ਹੈਗੇ ਨੇ, ਪੁਰਖੇ ਜਿਹੜੇ ਨੇ ਉਹ ਇੱਥੇ ਸੀਗੇ, ਚਾਹੇ ਉਹ ਅੱਜ ਅਦਾਲਤਾਂ 'ਚ ਜਿਹੜੇ ਬੰਦ ਨੇ, ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਉਹਨਾਂ ਦੇ ਕੰਡਕਟ ਵੀ ਦੇਖੇ ਜਾ ਚੁੱਕੇ ਹੈ। ਤੇ ਫਿਰ ਜਿਹੜਾ ਉਹੀ ਵਾਲੀ ਗੱਲ ਆਏਗੀ ਕਿ ਜਿਵੇਂ ਕਿਸਾਨਾਂ ਨੇ ਆਪਣਾ ਸੰਘਰਸ਼ ਵਿੱਢਿਆ ਸੀਗਾ ਤੇ ਕਿਸਾਨਾਂ ਨੇ ਇਕਜੁੱਟਤਾ ਦਿਖਾਈ ਤੇ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਤੇ ਉਹਨਾਂ ਦੇ ਬੂਰ ਪਿਆ ਉਹਨਾਂ ਦੀ ਗੱਲ ਤੇ, ਉਸੇ ਤਰੀਕੇ ਨਾਲ ਸਰਕਾਰਾਂ ਸੁੱਤੀਆਂ ਨੂੰ ਜਗਾਉਣ ਵਾਸਤੇ ਕੀ ਤੁਹਾਨੂੰ ਵੀ ਲੋਕਾਂ ਨੂੰ ਉੱਦਾਂ ਹੀ ਨਾਲ ਲੈ ਕੇ ਜੋੜ ਕੇ ਜਥੇਬੰਦੀਆਂ ਨੂੰ ਆਪਣੀ ਆਵਾਜ਼ ਨਹੀਂ ਬੁਲੰਦ ਕਰਨੀ ਚਾਹੀਦੀ? ਕਿਉਂਕਿ ਇਹ ਹੁਣ ਉਹਦੇ 'ਚ ਜੁਡੀਸ਼ਰੀ ਦੀ ਤਾਂ ਗੱਲ ਨਹੀਂ ਹੈਗੀ, ਤਾਂ ਸਰਕਾਰਾਂ ਨੂੰ ਹੀ ਜਗਾਉਣਾ। ਦੇਖੋ ਇਹ ਗੱਲ ਤੁਹਾਡੀ ਜਿਹੜੀ ਬਹੁਤ ਦਰੁਸਤ ਹੈ। ਜਿੱਥੇ ਲੋਕਾਂ ਦਾ ਇੱਕ ਗਰੁੱਪ ਜਾਂ ਲੋਕਾਂ ਦੀ ਸੰਸਥਾਵਾਂ ਇਸ ਤਰ੍ਹਾਂ ਇਕੱਠੀਆਂ ਹੋ ਕੇ ਸਰਕਾਰ 'ਤੇ ਦਬਾਅ ਪਾਉਣ, ਸਰਕਾਰ ਕੋਲ ਕੋਈ ਚਾਰਾ ਨਹੀਂ ਰਹਿ ਜਾਂਦਾ। ਪਰ ਸਾਡੇ ਕੋਲ ਇੱਕ ਮਜਬੂਰੀ ਹੈ, ਉਹ ਮਜਬੂਰੀ ਹੈ ਵੀ ਜਿਹੜੇ ਸਾਡੇ, ਜਿਨ੍ਹਾਂ ਨੂੰ ਅਸੀਂ ਰਿਹਾਈ ਲਈ ਕਹਿੰਦੇ ਹਾਂ, ਉਹਨਾਂ ਨੂੰ ਅੱਤਵਾਦੀ ਕਿਰਦਾਰਦੇ ਨੇ, ਉਹ ਅੱਤਵਾਦੀ ਨੇ, ਅੱਤਵਾਦੀ ਗਤੀਵਿਧੀਆਂ 'ਚ ਆਏ ਨੇ, ਉਹਨਾਂ ਦੇ ਨਾਲ ਪਹਿਲੇ ਲੋਕ ਬੜੇ ਘੱਟ ਲੱਗਦੇ ਨੇ ਸਾਡੇ ਨਾਲ। ਦੂਜੀ ਗੱਲ, ਸਰਕਾਰ ਜਿਹੜੀ ਹੈ, ਸਰਕਾਰ ਇਹ ਮਹਿਸੂਸ ਕਰਦੀ ਹੈ ਜਾਂ ਸਰਕਾਰ ਦੀਆਂ ਏਜੰਸੀਆਂ ਇਹ ਕਹਿੰਦੇ ਵੀ ਅੱਤਵਾਦੀ ਹੋਣ ਕਰਕੇ ਇਹਨਾਂ ਨੂੰ ਛੱਡਿਆ ਜਾਏਗਾ, ਫਿਰ ਲਾ ਐਂਡ ਆਰਡਰ ਪ੍ਰੋਬਲਮ ਪੈਦਾ ਹੋਏਗੀ। ਸੋ ਸਾਡੀ ਜਿਹੜੀ ਹੈ ਨਾ, ਸਾਨੂੰ ਉਹਨਾਂ ਨਾਲ ਤੁਲਨਾ ਨਹੀਂ ਕੀਤਾ ਜਾ ਸਕਦਾ। ਹੁਣ ਅਸੀਂ ਟਰੈਕਟਰ ਕਿੱਥੋਂ ਇੰਨੇ ਲਿਆਈਏ, ਅਸੀਂ ਇਹਨੇ ਕਿਸਾਨ ਕਿੱਥੋਂ ਇਕੱਠੇ ਕਰੀਏ, ਸਾਡੇ ਕੋਲ ਇਹਨੇ ਸੋਰਸਿਸ ਕਿੱਥੋਂ ਇੰਨੇ ਆ ਜਾਣਗੇ? ਬਾਹਰੋਂ ਅਸੀਂ ਪੈਸੇ ਜਿਹੜੇ ਕਿਸੇ ਕੋ ਇਹ ਜਿਹੜੇ ਹੈ ਇੱਥੇ ਕਿਤੇ ਕਿਸੇ ਨੌਜਵਾਨ ਕੋ 200-400 500,000 2,000 5,000 ਰੁਪਇਆ ਆ ਜਾਂਦਾ, ਉਹਦੇ 'ਤੇ ਕੇਸ ਬਣਾ ਕੇ ਉਹਦੇ 'ਤੇ ਦੇਸ਼ ਧਰੋਹੀ ਦਾ, ਇਹ ਤਾਂ ਖਾਲਿਸਤਾਨ ਲਈ ਮੰਗਵਾਏ ਸੀ। ਸੋ ਸਾਡੀਆਂ ਮਜਬੂਰੀਆਂ ਤੋਂ ਉਹਨਾਂ ਦੀ ਮਜਬੂਰੀਆਂ ਬਿਲਕੁਲ ਅਲੱਗ ਨੇ। ਸਾਡੇ ਕੋਲ ਇੰਨੇ ਸੋਰਸਿਸ ਨਹੀਂ ਹੈਗੇ, ਸਾਡੇ ਨਾਲ ਇੰਨੇ ਲੋਕ ਨਹੀਂ ਚੱਲਦੇ। ਸਾਡਾ ਕੋਈ ਰਾਜਨੀਤਿਕ ਜਿਹੜਾ ਪਿੜ ਹੈ ਜਿਸ ਤਰ੍ਹਾਂ ਹੈ, ਇਹ ਜਿਹੜੇ ਬੇਅੰਤ ਸਿੰਘ ਨੂੰ ਮਾਰਨਾ ਫਾਇਦਾ ਕਿਹਨੂੰ ਹੋਇਆ? ਜਿਹੜੀ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਉਹ ਅੱਤਵਾਦੀ ਗਰਦਾਰੇ ਗਏ, ਉਹ ਸਾਰਾ ਕੁਝ ਹੈ। ਤੇ ਉਸ ਤਰੀਕੇ ਦੇ ਨਾਲ ਜਿਹੜੀ ਉਹੀ ਗੱਲ ਹੈ ਕਿ ਆਮ ਜਨਤਾ ਨੂੰ, ਕਿਉਂਕਿ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਚਾਹੇ ਕੋਈ ਚੋਰ ਹੈ ਜਾਂ ਕੋਈ ਕਿਸੇ ਵੀ ਚੀਜ਼ 'ਚ ਸਜ਼ਾ, ਕਾਤਿਲ ਹੈ ਜਾਂ ਕੁਛ ਹੈ, ਉਹਦੀ ਇੱਕ ਸਜ਼ਾ ਦੀ ਮਿਆਦ ਹੁੰਦੀ ਹੈ। ਗੱਲ ਉੱਥੇ ਆਉਂਦੀ ਕਿ ਐਜ਼ ਅ ਹਿਊਮਨ ਬੀਇੰਗ, ਉਹਦਾ ਹਿਊਮਨ ਬੀਇੰਗ ਹੋਣ ਦੇ ਨਾਤੇ, ਹਿਊਮਨ ਰਾਈਟਸ ਹੋਣ ਦੇ ਨਾਤੇ ਉਹਦਾ ਆਪਣਾ ਰਾਈਟ ਹੈਗਾ ਕਿ ਲੋਕਾਂ ਦੇ ਜ਼ਿਹਨ 'ਚੋਂ ਇਸ ਗੱਲ ਨੂੰ ਕਿਸੇ ਉਹਨਾਂ ਨੂੰ ਸਮਝਾਇਆ ਨਾ ਲਾਇਆ ਜਾ ਸਕਦਾ? ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਸਮਝਾਇਆ ਜਾ ਸਕਦਾ? ਨਹੀਂ, ਇਹ ਗੱਲ ਜਿਹੜੀ ਹੈ ਬਹੁਤ ਔਖੀ ਹੈ, ਬਹੁਤ ਔਖੀ ਹੈ, ਬਹੁਤ ਔਖੀ ਹੈ। ਤੁਸੀਂ ਲੋਕਾਂ ਨੂੰ ਤੇ ਇੱਕ ਬੰਨੇ ਲਾਉਣਾ ਰਿਹਾ, ਲੋਕੀ ਤੇ ਜਿਹੜੇ ਕੁਝ ਥੋੜ੍ਹੇ ਬਹੁਤੇ ਸੋਚ ਰੱਖਦੇ ਨਾ, ਜਿਨ੍ਹਾਂ ਨੂੰ ਇਹ ਪਤਾ ਵੀ ਇਹ ਗੱਲ ਕੀ ਹੈ, ਉਹ ਜਿਹੜੇ ਇਹਨਾਂ ਦੀ ਪੈਰਵੀ ਕਰਦੇ ਨੇ ਉਹਨਾਂ ਨੂੰ ਵੀ ਗੜਬੜ 'ਚ ਲਿਆਉਂਦੇ। ਹੁਣ ਅਸੀਂ ਇਹ ਕੇਸ ਕਰਦੇ ਰਹੇ ਹਾਂ, ਲੋਕਾਂ ਦੀ ਸੇਵਾ ਕੀਤੀ ਹੈ ਬਗੈਰ ਕਿਸੇ
ਇਹ ਪੈਸੇ ਤੋਂ ਬਗੈਰ ਕਿਸੇ ਇਵਜ਼ਾਨੇ ਤੋਂ। ਲੇਕਿਨ ਸਾਨੂੰ ਅਦਾਲਤਾਂ ਦੇ ਵਿੱਚ ਇਹ ਕੀਤਾ ਜਾਂਦਾ ਸੀ ਵੀ ਇਹ ਅੱਤਵਾਦੀਆਂ ਦੇ ਵਕੀਲ ਨੇ, ਇਹ ਵੀ ਅੱਤਵਾਦੀ ਨੇ। ਸੋ ਸਾਡੇ ਨਾਲ ਚੱਲਣ ਲਈ ਬੜੇ ਘੱਟ ਲਿਮਿਟਡ ਆਦਮੀ ਹੁੰਦੇ ਨੇ, ਲਿਮਿਟਡ ਆਦਮੀ। ਸਾਡੀ ਪੋਲੀਟੀਕਲ ਜਿਹੜੀ ਬੈਕ ਨਹੀਂ, ਮੈਂ ਤੁਹਾਨੂੰ ਗੱਲ ਕਰਨ ਲੱਗਾ ਸੀ ਵੀ ਇਸ ਬਿਆਨ ਸਿੰਘ ਦੇ ਕਤਲ ਦਾ ਫਾਇਦਾ ਹੋਇਆ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ। ਉਹਦੇ ਕਤਲ ਦੇ ਨਾਲ ਇਹ ਇੰਨੇ ਸਾਲ ਰਾਜ ਕਰ ਗਏ ਨੇ, ਔਰ ਇਹਨਾਂ ਨੇ ਜਿਹੜੀ ਮੂਵਮੈਂਟ ਸਾਰੀ ਸਿੱਖ ਚਲਾਈ ਵੀ ਪਹਿਲੇ ਜੀ ਕਦੀ ਪੰਜਾਬ ਦਾ, ਕਦੀ ਜਿਹੜਾ ਹੈ ਜੀ ਨਹਿਰ ਦਾ ਪਾਣੀ ਦਾ ਆ ਗਿਆ, ਕਦੀ ਜਿਹੜੀ ਹੈ ਲੈਂਗੁਏਜ ਪ੍ਰੋਬਲਮ ਆ ਗਈ, ਕਦੀ ਅਨੰਦਪੁਰ ਸਾਹਿਬ ਦਾ ਮਤਾ ਆ ਗਿਆ। ਸਾਰੇ ਤੇ ਇਹਨਾਂ ਨੇ ਲੋਕਾਂ ਦਾ ਭਾਰ ਉਠਾਇਆ ਸੀ ਨਾ, ਤੇ ਲੋਕਾਂ ਦੇ ਭਾਰ ਦੇ ਵਿੱਚੋਂ ਜਿਹੜਾ 1984 ਦਾ ਨਿਕਲ ਆਇਆ ਆਪਰੇਸ਼ਨ ਬਲੂ ਸਟਾਰ। ਆਪਰੇਸ਼ਨ ਬਲੂ ਸਟਾਰ ਤੋਂ ਪੰਜਾਬ ਦੇ ਹਾਲਾਤ ਜਿਹੜੇ ਕੰਟਰੋਲ ਤੋਂ ਬਾਹਰ ਹੁੰਦੇ ਗਏ। ਇੱਕ ਬੰਨੇ ਸਰਕਾਰੀ ਕਤਲੇਆਮ ਹੋ ਗਿਆ, ਇੱਕ ਬੰਨੇ ਦੂਜੇ ਜਿਹੜੇ ਉਹ ਕਤਲੇਆਮ ਹੋ ਗਿਆ। ਤੇ ਉਸ ਕਤਲੇਆਮ ਦੇ ਜ਼ਿੰਮੇਵਾਰ ਅਕਾਲੀ ਸੀ ਨਾ ਜੀ, ਵੀ ਇਹਨਾਂ ਨੇ ਪੋਲੀਟੀਕਲੀ ਲੋਕਾਂ ਨੂੰ ਇੱਧਰ ਨੂੰ ਡਰਾਈਵ ਕਰ ਦਿੱਤਾ, ਨੌਜਵਾਨ ਨੂੰ ਇੱਧਰ ਖਿੱਚ ਕੇ। ਤੇ ਇਹ ਜਿਹੜਾ ਹੈ ਬਿਆਨ ਸਿੰਘ ਨੂੰ ਮਾਰਨਾ ਅਕਾਲੀ ਦਲ ਨੂੰ ਫਾਇਦਾ ਹੋਇਆ ਵੀ ਉਹ ਰਾਜ ਕਰ ਗਿਆ। ਹੁਣ ਅਕਾਲੀ ਦਲ ਹੀ ਨਹੀਂ ਆਵਾਜ਼ ਉਠਾ ਰਿਹਾ ਵੀ ਬੰਦੇ ਤੁਸੀਂ ਜਦੋਂ ਉਹਨਾਂ ਦੀ ਕੈਦ ਪੂਰੀ ਹੋ ਗਈ ਤੁਸੀਂ ਕਿਉਂ ਨਹੀਂ ਛੱਡਦੇ। ਹਾਂਜੀ, ਇਹ ਜਿਹੜਾ ਸਾਡੇ ਨਾਲ ਲੋਕ, ਜਿਸ ਤਰ੍ਹਾਂ ਕਿਸਾਨਾਂ ਦੀ ਆਪਾਂ ਉਦਾਹਰਨ ਲੈਂਦੇ ਹਾਂ, ਕਿਸਾਨਾਂ ਦੇ ਕੋਲ ਬੜਾ ਵੱਡੀਆ ਇੱਕ ਇਹ ਜਿਹੜਾ ਸੀ ਗਰੁੱਪ ਦੇ ਹਿਸਾਬ ਦੇ ਨਾਲ, ਆਰਗੇਨਾਈਜੇਸ਼ਨ ਦੇ ਨਾਲ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਹੈਗੀਆਂ ਸੰਸਥਾਵਾਂ ਚੱਲਣ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਕੋਲ ਜਿਹੜਾ ਸਪੋਰਟਿੰਗ ਲਾਈਨ ਬੜੀ ਬਣ ਗਈ। ਹੁਣ ਸਾਰੇ ਪੰਜਾਬ ਦੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਲੰਗਰ ਆਉਂਦਾ ਰਿਹਾ, ਉੱਥੇ ਅਨਾਊਂਸਮੈਂਟ ਹੁੰਦੀ ਰਹੀ ਹੈ, ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਉੱਥੋਂ ਸਾਰੀ ਦੀ ਸਾਰੀ ਸਪੋਰਟ ਮਿਲਦੀ ਹੈ। ਬਾਹਰੋਂ ਬੜੀ ਸਪੋਰਟ ਆਈ ਹੈ, ਕਰੋੜਾਂ ਰੁਪਏ ਆਏ ਨੇ। ਹਾਂਜੀ, ਜਿਹੜਾ ਹੈ ਅੱਗੇ ਇਹਦੀ ਸਪੋਰਟ ਜਿਹੜੀ ਹੈ ਹਰਿਆਣੇ ਵਾਲਿਆਂ ਨੇ ਬੜੀ ਕੀਤੀ, ਯੂਪੀ ਵਾਲਿਆਂ ਨੇ ਕੀਤੀ, ਬਾਕੀ ਵੀ ਕੀਤੀ। ਸਾਡੇ ਕੋਲ ਇਹੋ ਜਿਹੀ ਸਪੋਰਟ ਹੋ ਨਹੀਂ ਸਕਦੀ, ਕਿਉਂਕਿ ਅਸੀਂ ਸਿਰਫ ਤੇ ਸਿਰਫ ਇੱਕ ਸਿਸਟਮ 'ਚ ਆ ਗਏ ਹਾਂ ਵੀ ਸਿੱਖ ਅੱਤਵਾਦੀ ਮੁੰਡੇ ਸਨ, ਇਹਨਾਂ ਨੇ ਕੁਝ ਕ੍ਰਾਈਮ ਕੀਤੇ ਨੇ ਤੇ ਇਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ। ਹੁਣ ਕ੍ਰਾਈਮ ਕੀਤੇ ਨੇ, ਕ੍ਰਾਈਮ ਕਿਉਂ ਹੋਏ ਇੱਧਰ ਤਾਂ ਕੋਈ ਜਾਂਦਾ ਨਹੀਂ ਵੀ ਕ੍ਰਾਈਮ ਕਰਾਉਣ ਵਾਲਾ ਪੋਲੀਟੀਕਲ ਸਿਸਟਮ ਹੈ। ਜੇ ਪੋਲੀਟੀਕਲ ਸਿਸਟਮ ਠੀਕ ਹੁੰਦਾ ਤੇ ਪੰਜਾਬ ਦੇ ਹਾਲਾਤ ਨਾ ਇਹਦੇ ਜਿਹੜੇ ਖਰਾਬ ਹੁੰਦੇ। ਤੇ ਜੇ ਖਰਾਬ ਹੋਏ ਨੇ, ਕਿਸੇ ਨੇ ਕ੍ਰਾਈਮ ਕੀਤਾ ਹੈ, ਉਹਨੂੰ ਸਜ਼ਾ ਮਿਲ ਗਈ ਹੈ, ਸਜ਼ਾ ਕੱਟ ਲਈਏ ਤੇ ਫਿਰ ਛੱਡਣ ਦੀ ਕਿਉਂ ਉਹ ਵੀ ਕਿਉਂ ਗੈਰ ਕਾਨੂੰਨੀ ਰੱਖੀ ਜਾ ਰਹੀ ਹੈ। ਹੁਣ ਜਗਤਾਰ ਸਿੰਘ ਵਾਰਾ ਦੀ ਗੱਲ ਆਪਾਂ ਕੀਤੀ ਹੈ, ਉਹਦੇ ਤੇ 36 ਕੇਸ ਬਣਾਏ ਸਨ ਜੀ, ਉਹਨਾਂ 'ਚੋਂ ਟਰਾਇਲ 5 ਨਹੀਂ ਹੋਏ ਸਾਰੇ, ਬਾਕੀ ਸਾਰਿਆਂ 'ਚ ਉੱਦਾਂ ਹੀ ਉਹਨੂੰ ਕਹਿ ਉਸੇ ਤਰ੍ਹਾਂ ਬਗੈਰ ਟਰਾਇਲ ਤੋਂ ਹੀ ਰੱਖਿਆ। ਸਾਡੇ ਚੰਡੀਗੜ੍ਹ ਦਾ 1 ਸਾਲ ਹੈ, ਇੱਕ ਕੇਸ ਹੈ 15 ਸਾਲ ਤੋਂ ਪੈਂਡਿੰਗ ਪਿਆ। ਅਸੀਂ ਅਦਾਲਤ 'ਚ ਜਾ ਕੇ ਦਰਖਾਸਤ ਦਿੰਦੇ ਹਾਂ ਵੀ ਇਹ ਕੇਸ ਨੂੰ, ਜਿਹੜੇ ਉਹਦੇ ਨਾਲ ਦੇ 3 ਮੁਲਜ਼ਮ ਸੀ ਉਹ ਬਰੀ ਹੋ ਗਏ ਨੇ। ਅਸੀਂ ਅਦਾਲਤ 'ਚ ਦਰਖਾਸਤ ਦਿੱਤੀ ਹੈ ਵੀ ਇਹ ਕੇਸ ਨੂੰ ਚਾਲੂ ਕਰਕੇ ਉਹਦਾ ਟਰਾਇਲ ਕਰਕੇ ਇਹਦਾ ਫੈਸਲਾ ਕਰ ਦਿਓ। ਫੈਸਲੇ ਕਰਕੇ ਅਸੀਂ ਇਹ ਤਾਂ ਨਹੀਂ ਕਹਿੰਦੇ ਉਹਨੂੰ ਬਰੀ ਕਰ ਦਿਓ, ਬਰੀ ਤਾਂ ਉਹਨੂੰ ਹੋਣਾ ਹੀ ਆ ਜਦੋਂ ਪਹਿਲੇ ਹੋ ਗਏ, ਲੇਕਿਨ ਉਹਦਾ ਟਰਾਇਲ ਨਹੀਂ ਹੋ ਗਿਆ, ਟਰਾਇਲ ਨਹੀਂ ਹੈਗਾ, ਉਹ ਛੁੱਟੇਗਾ ਨਹੀਂ। ਕੋਈ ਇਸ ਤਰ੍ਹਾਂ ਦਾ ਸਿਸਟਮ ਜਾਇਆ, ਕਿਸ ਕਾਨੂੰਨ ਨੂੰ ਮੰਨੀਏ ਵੀ ਜਿਸ ਆਦਮੀ 'ਤੇ ਤੁਸੀਂ ਕੇਸ ਰਜਿਸਟਰ ਕਰਤਾ, ਉਹਨੂੰ ਟਰਾਈ ਕਰਕੇ ਉਹਦਾ ਕੇਸ ਫੈਸਲਾ ਕਰਨ ਨੂੰ ਤਿਆਰ ਨਹੀਂ ਅਦਾਲਤ। ਸੋ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਲੋਕਾਂ ਦੀ ਜਦੋਂ ਇਸ ਤਰ੍ਹਾਂ ਦੀ ਹਾਲਾਤ ਆ ਜਾਂਦੇ ਨੇ, ਇਹ ਝਗੜਾ ਇਸ ਤਰ੍ਹਾਂ ਦਾ ਪੈਣਾ ਹੀ ਆ। ਹੁਣ ਆਪਾਂ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪਿਛਲੇ 2015 ਤੋਂ ਕੀ ਮੁਸ਼ਕਿਲ ਹੈ, ਵਿਅਬਦੀਆਂ ਹੋ ਰਹੀਆਂ ਨੇ। ਵਿਅਬਦੀਆਂ ਦਾ ਕੋਈ ਬੰਦਾ ਜਿਹੜਾ ਹੈ ਅਜੇ ਤੱਕ ਸਜ਼ਾ 'ਚ ਨਹੀਂ ਆਇਆ। ਕਿਉਂ ਨਹੀਂ ਆਇਆ? ਰੀਜ਼ਨ ਕੀ ਹੈ? ਰਾਜਨੀਤਿਕ ਰੀਜ਼ਨ ਨੇ ਉਹਦੇ, ਵੀ ਰਾਜਨੀਤਿਕ ਪਾਰਟੀਆਂ ਉਹਦੇ ਤੋਂ ਵੋਟਾਂ ਲੈਂਦੀਆਂ ਨੇ ਇੱਕ ਸਿਸਟਮ ਨੂੰ ਜਿਹੜਾ ਗੜਬੜ ਕਰਕੇ, ਤੇ ਉਹ ਸਿਸਟਮ 'ਚੋਂ ਗੜਬੜ ਕਰਕੇ ਵੋਟਾਂ ਲੈਣ ਲਈ ਜਿਨ੍ਹਾਂ ਨੇ ਵਿਅਬਦੀਆਂ ਕੀਤੀਆਂ ਉਹਨਾਂ ਤੋਂ ਵੋਟਾਂ ਦੀ ਆਸ 'ਤੇ ਉਹਨਾਂ ਨੂੰ ਸਜ਼ਾ ਦੇਣ ਨੂੰ ਤਿਆਰ ਨਹੀਂ। ਐਡੀ ਵੱਡੀ ਮਾੜੀ ਕਿਹੜੀ ਗੱਲ ਹੋ ਸਕਦੀ? ਡੇਰਾ ਸੱਚਾ ਸੌਦਾ ਦੀ 1999 'ਚ ਸਾਡੀ ਕੋਲ ਇੱਕ ਸਾਧਵੀ ਦੀ ਚਿੱਠੀ ਆ ਗਈ ਵੀ ਇੱਥੇ ਬਲਾਤਕਾਰ ਹੋ ਰਹੇ ਨੇ, ਸਾਨੂੰ ਬਚਾਓ। ਅਸੀਂ ਅਦਾਲਤ 'ਚ ਜਾ ਕੇ ਰਿਟ ਕਰ ਦਿੱਤੀ ਹਾਈ ਕੋਰਟ 'ਚ ਵੀ ਜੀ ਉੱਥੇ ਤਾਂ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਤੇ ਤੁਸੀਂ ਕੋਈ ਇਹਦਾ ਪ੍ਰਬੰਧ ਕਰੋ, ਕੋਈ ਇਨਕੁਆਇਰੀ ਕਰਵਾਓ। ਕੋਈ ਸਾਡੇ ਉਹ ਕੇਸ ਜਿਹੜਾ ਸੀ ਚੀਫ ਜਸਟਿਸ 'ਤੇ ਲੱਗ ਗਿਆ, 2 ਜੱਜਿਸ ਬਹਿੰਦੇ ਨੇ, ਉਹ ਸਾਡੇ 'ਤੇ ਪਾਬੰਦੀ ਪਾ ਦਿੱਤੀ ਵੀ ਉੱਥੇ ਜਾਓ, ਸਾਧਵੀਆਂ ਦੇ ਨਾਂ ਲਿਆਓ, ਉਹ ਵੇਖੋ ਕਿੱਥੇ ਦੇ ਰਹਿਣ ਵਾਲੀਆਂ ਨੇ, ਕਦੋਂ ਦੀਆਂ ਰਹਿੰਦੀਆਂ ਨੇ, ਕੀ ਉਹਨਾਂ ਦੇ ਹਾਲਾਤ ਨੇ। ਤਾਂ ਅਸੀਂ ਕਿਹਾ ਵੀ ਜੇ ਅਸੀਂ ਜਾਣ ਜੋਗੇ ਹੋਈਏ ਜਾਂ ਸਾਡੇ ਕੋਲ ਸਿਸਟਮ ਹੋਏ ਤਾਂ ਫਿਰ ਤੁਹਾਡੀ ਕੀ ਲੋੜ ਹੈ। ਉਹ ਰਿਟ ਪਟੀਸ਼ਨ ਜਿਹੜੀ ਸੀ ਉਹ ਦਾਖਲ ਦਫ਼ਤਰ ਕਰ ਦਿੱਤੀ ਵੀ ਜਦੋਂ ਤੁਸੀਂ ਸਾਧਵੀਆਂ ਦੇ ਨਾਮ ਦੋਗੇ ਵੇਖ ਲਾਂਗੇ। ਉਸ ਤੋਂ ਬਾਅਦ ਉਸੇ ਡੇਰੇ ਨੇ ਕਿੱਡਾ ਵੱਡਾ ਨੁਕਸਾਨ ਕਰਾਇਆ। ਜੇ ਉਦੋਂ 1999 'ਚ ਉਹਦੀ ਇਨਕੁਆਇਰੀ ਹੁੰਦੀ ਨਾ ਜੀ, ਕੇਸ ਰਜਿਸਟਰ ਹੋਇਆ ਹੁੰਦਾ, ਉਹਨੂੰ ਸਜ਼ਾ ਹੋਈ ਹੁੰਦੀ, ਚਾਹੇ ਉਹ ਬਰੀ ਵੀ ਹੋ ਜਾਂਦਾ, ਤੇ ਏਡਾ ਵੱਡਾ ਮੁਸ਼ਕਲ 'ਚ ਨਾ ਪੈਂਦੀ।
ਲੇਕਿਨ ਅਦਾਲਤਾਂ ਤਾਂ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਨੇ। ਚਹਿਲ ਸਾਹਿਬ, ਜਿਹੜਾ ਇਸ ਟਾਈਮ ਪੋਲੀਟੀਕਲ ਸਿਨੈਰੀਓ ਬਣਿਆ ਹੋਇਆ ਹੈ ਖਾਸ ਕਰਕੇ, ਕਿਉਂਕਿ ਉਹ ਇਸ ਕਰਕੇ ਮੈਂ ਪੋਲੀਟੀਕਲ ਸਿਨੈਰੀਓ ਤੇ ਆ ਰਹੀ ਹਾਂ ਕਿਉਂਕਿ ਉਹਦੇ ਵਿੱਚ ਕਈ ਚੀਜ਼ਾਂ ਨੇ। ਜੇ ਆਪਾਂ ਪੰਜਾਬ ਦੀ ਖਾਸ ਕਰਕੇ ਗੱਲ ਕਰੀਏ, ਸਾਰੀਆਂ ਚੀਜ਼ਾਂ ਜਿਹੜਾ ਤੁਹਾਡਾ ਅੱਜ ਵਾਲਾ ਵਿਸ਼ਾ ਹੈਗਾ ਉਸੇ ਦੇ ਨਾਲ ਜੁੜੀਆਂ ਹੋਈਆਂ ਨੇ ਕਿਤੇ ਨਾ ਕਿਤੇ। ਕਿਉਂਕਿ ਜੇ ਆਪਾਂ ਗੱਲ ਕਰੀਏ ਬੇਅਦਬੀ ਦੀ ਵੀ ਗੱਲ ਕਰੀਏ, ਉਹ ਵੀ ਕਿਤੇ ਨਾ ਕਿਤੇ ਉਸੇ ਪਾਸੇ ਨੂੰ ਜਾਂਦੀ ਹੈ। ਮੀਨਸ ਕਿ ਉੱਥੇ ਹੀ ਸਿੱਖ ਸੈਂਟੀਮੈਂਟਸ ਨਾਲ ਜੁੜੀ ਹੋਈ, ਸਿੱਖ ਸੈਂਟੀਮੈਂਟਸ ਦੀ ਜੇ ਆਪਾਂ ਗੱਲ ਕਰ ਲਈਏ, ਰਿਲੀਜਨ ਦੀ ਗੱਲ ਕਰ ਲਈਏ, ਉਸੇ ਤਰੀਕੇ ਦੇ ਨਾਲ ਜੇ ਆਪਾਂ ਨਸ਼ੇ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਦੀ ਗੱਲ ਕਰ ਲਈਏ, ਮਾਹੌਲ ਦੀ ਗੱਲ ਕਰ ਲਈਏ, ਉਹਦਾ ਵੀ ਉੱਧਰ ਨੂੰ ਹੀ ਜਿਹੜਾ ਰੁੱਖ ਕਿਤੇ ਨਾ ਕਿਤੇ ਜਾਂਦਾ ਹੈਗਾ। ਸਿੱਖੀ ਜਿਹੜੇ ਨੇ ਜਾਂ ਸਾਡੀ ਜਿਹੜੀ ਨੌਜਵਾਨੀ ਉਹਦੇ ਕਾਂਡ ਦੀ ਗੱਲ ਹੁੰਦੀ ਹੈ। ਕੀ ਕਹੋਗੇ ਤੁਸੀਂ, ਤੁਹਾਡੀ ਕੀ ਮਤ, ਪੂਰਾ ਕਨਕਲੂਜਨ ਕੀ ਹੈ ਤੁਹਾਡਾ? ਦੇਖੋ, ਕਨਕਲੂਜਨ ਇਹ ਹੈ, ਬੜੀ ਸਾਦੀ ਜੀ ਗੱਲ ਹੈ। ਜਿਸ ਮੁਲਕ ਦੇ ਵਿੱਚ ਰਾਜਨੀਤਿਕ ਢਾਂਚਾ ਠੀਕ ਨਹੀਂ, ਉਹ ਮੁਲਕ ਤਰੱਕੀ ਨਹੀਂ ਕਰ ਸਕਦਾ। ਉਸ ਮੁਲਕ 'ਚ ਕਦੀ ਅਮਨ ਨਹੀਂ ਆਏਗਾ। ਜਿਸ ਮੁਲਕ ਦੇ ਵਿੱਚ ਜਾਤ ਪਾਤ ਦੇ ਆਧਾਰ 'ਤੇ ਜਿਹੜੀ ਵੰਡ ਕਰਕੇ ਵੋਟਾਂ ਲੈਣੀਆਂ ਨੇ, ਉਹ ਮੁਲਕ ਤਰੱਕੀ ਨਹੀਂ ਕਰ ਸਕਦਾ। ਉਹ ਮੁਲਕ ਦੇ ਵਿੱਚ ਕਦੀ ਵੀ ਤਰੱਕੀ ਨਹੀਂ, ਕਦੀ ਵੀ ਜਿਹੜਾ ਸਿਸਟਮ ਠੀਕ ਨਹੀਂ ਚੱਲੇਗਾ ਜਿਹੜਾ ਇੱਕ ਦੂਜੇ ਨੂੰ ਲੜਾ ਕੇ ਜਾਂ ਇੱਕ ਸਿਸਟਮ ਨੂੰ ਤਾਂ ਚੁੱਕ ਕੇ ਅਤੇ ਦੂਜੇ ਨੂੰ ਥੱਲੇ ਲਾਉਣਾ ਚਾਹੇ। ਹੁਣ ਸਾਡੇ ਮੁਲਕ ਦੇ ਵਿੱਚ ਜਿਹੜੀ ਹੈ ਰਾਜਨੀਤਿਕ ਪੀੜ੍ਹ ਹੈ ਨਾ ਜੀ, ਉਹ ਇਲੈਕਸ਼ਨ ਦਾ ਹੈ। ਇਲੈਕਸ਼ਨ ਜਿੱਤਣ ਦੀ ਸਾਡਾ ਬੜਾ ਇਤਿਹਾਸ। 1984 ਤੋਂ ਬਾਅਦ ਇੰਦਰਾ ਗਾਂਧੀ ਨੇ ਪੱਤਾ ਖੇਲਿਆ ਦਰਬਾਰ ਸਾਹਿਬ 'ਤੇ ਹਮਲਾ ਕਰਨ ਦਾ, ਠੀਕ ਹੈ ਨਾ ਜੀ। ਉਹਦੇ ਤੋਂ ਉਹਨਾਂ ਨੇ ਇਲੈਕਸ਼ਨ ਜਿੱਤ ਲਈ। ਉਹਦਾ ਜਿਹੜਾ ਉਹਦਾ ਢੰਗ ਸੀ, ਉਹ ਬੀਜੇਪੀ ਨੂੰ ਪਤਾ ਲੱਗਿਆ ਵੀ ਜੀ ਇੱਕ ਸਿੱਖਾਂ ਨੂੰ ਕੁੱਟ ਕੇ ਜਿਹੜੀਆਂ ਵੋਟਾਂ ਲਈਆਂ ਜਾ ਸਕਦੀਆਂ। ਉਹਨਾਂ ਨੇ ਬਾਬਰੀ ਮਸਜਿਦ ਢਾਹ ਕੇ ਜਿਹੜਾ ਹੈ ਰਾਜ ਕਰਦੇ ਨੇ। ਜੇ ਇਸ ਤਰ੍ਹਾਂ ਦਾ ਸਿਸਟਮ ਹੈਗਾ, ਨਹੀਂ ਚੱਲੇਗਾ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਸਿੱਖਾਂ ਨੂੰ ਸਿੱਖ ਰਹਿਣ ਦੇਣਾ ਚਾਹੀਦਾ, ਮੁਸਲਮਾਨਾਂ ਨੂੰ ਮੁਸਲਮਾਨ ਰਹਿਣ ਦੇਣਾ ਚਾਹੀਦਾ, ਹਿੰਦੂਆਂ ਨੂੰ ਹਿੰਦੂ ਰਹਿਣਾ ਚਾਹੀਦਾ, ਈਸਾਈਆਂ ਨੂੰ ਈਸਾਈ ਰਹਿਣਾ ਚਾਹੀਦਾ। ਹਰ ਇੱਕ ਦੇ ਅਧਿਕਾਰ ਹੋਣੇ। ਕਿੱਡੀ ਵੱਡੀ ਅਜੀਬ ਜੀ ਗੱਲ ਹੈ ਵੀ ਸਾਡੇ ਮੁਲਕ ਦੇ ਜਿਹੜੇ ਲੋਕ ਬਾਹਰ ਜਾਂਦੇ ਨੇ, ਉੱਥੇ ਜਾ ਕੇ ਬੜੇ ਕਾਨੂੰਨ ਦੇ ਪਾਬੰਦ ਹੋ ਜਾਂਦੇ ਨੇ। ਇਸ ਮੁਲਕ 'ਚੋਂ ਕਾਨੂੰਨ ਲੱਗਦਾ ਹੀ ਨਹੀਂ ਹੈਗਾ। ਹੁਣ ਜੇ ਕਿੱਡੀ ਵੱਡੀ ਇਹ ਅਜੀਬ ਜੀ ਗੱਲ ਹੈ ਵੀ ਕੈਨੇਡਾ ਦੇ ਵਿੱਚ ਜਿਹੜੇ ਇਸ ਵੇਲੇ ਮਿਨਿਸਟਰ ਬਣੇ ਨੇ, ਸਾਰੇ ਅੱਤਵਾਦੀ ਸਨ। ਇੱਥੇ ਜਾਨ ਬਚਾ ਕੇ ਉੱਥੇ ਨੱਠ ਕੇ ਗਏ ਨੇ ਅਤੇ ਪੋਲੀਟੀਕਲ ਸਿਸਟਮ 'ਚ ਉੱਥੇ ਬੜੇ ਉਹ ਲਾ ਅਵਾਈਡਿੰਗ ਸਿਟੀਜ਼ਨ ਨੇ, ਬੜੀ ਵਧੀਆ ਸੇਵਾ ਕਰ ਰਹੇ ਨੇ। ਲੇਕਿਨ ਜਦੋਂ ਇੱਧਰ ਆਉਂਦੇ ਨੇ, ਉਹਨੂੰ ਫਿਰ ਅੱਤਵਾਦੀ ਟ੍ਰੀਟ ਕੀਤਾ ਜਾਂਦਾ। ਕਾਰਨ ਕੀ ਹੈ? ਕਾਰਨ ਕੀ ਹੈ ਇਸ ਚੀਜ਼ ਦਾ? ਵਾਕਈ ਉਹ ਮਤਲਬ ਕਿ ਉਹਨਾਂ ਦੇ ਅੰਦਰ ਉਹ ਚੀਜ਼ ਹੈਗੀ ਹੈ ਕਿ ਕਿਸ ਤਰੀਕੇ ਕੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਤੇ ਦੱਸਣ ਦੇ ਜੀ, ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈ ਨਾ ਜੀ, ਇਹੋ ਹੀ ਗੜਬੜ ਹੈ। ਇੰਦਰਾ ਗਾਂਧੀ ਨੇ ਵੋਟਾਂ ਲੈਣੀਆਂ ਸੀ, ਸਿੱਖ ਸਿਸਟਮ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ। ਕੌਣ ਜੀ ਐਗਰੈਸਿਵ? ਦੇਖ, ਇਸ ਕਰਕੇ ਆ ਨਾ ਪੋਲੀਟੀਕਲ ਸਿਸਟਮ। ਤੁਸੀਂ ਆਪ ਹੀ ਦੇਖੋ ਨਾ ਵੀ ਇੱਕ ਗਊ ਨੂੰ ਜਿਹੜਾ ਹੈ ਸ਼ੱਕ ਕੀਤਾ ਜਾਂਦਾ ਵੀ ਇਹ ਗਊ ਨੂੰ ਜਾ ਕੇ ਵੱਢਣਾ, ਇਹਨਾਂ ਨੇ ਕਤਲ ਕਰਨਾ ਹੈ, ਚਾਹੇ ਇਹਦਾ ਮਾਸ ਵੇਚਣਾ ਹੈ, ਉਹਨੂੰ ਲਿੰਚਿੰਗ ਕਰਕੇ ਮਾਰ ਦਿੰਦੇ ਨੇ। ਮਾਰ ਦਿੰਦੇ ਰਹੇ ਨੇ, ਨਹੀਂ ਕਿੰਨੇ ਲਿੰਚਿੰਗ ਹੋਏ ਨੇ, ਉਦੋਂ ਕੋਈ ਰੌਲਾ ਨਹੀਂ ਪੈਂਦਾ। ਲੇਕਿਨ ਇੱਥੇ ਸਿੱਖ ਸਿਸਟਮ ਦੇ ਵਿੱਚ ਕਿਸੇ ਨੂੰ ਬੇਅਦਬੀ ਦੇ ਸ਼ੱਕ 'ਤੇ ਮਾਰ ਦਿੱਤਾ ਗਿਆ ਹੈ, ਉਹਦਾ ਦੇਖੋ ਕੀ ਰੌਲਾ ਪਿਆ। ਖਾਲਿਸਤਾਨ ਬਣ ਗਿਆ ਜੀ, ਇਤਲਾਹ-ਏ-ਇਸਨਸ ਆ ਗਈ ਜੀ। ਉਹ ਕਿਉਂ ਹੋਇਆ? ਜੇ ਬੇਅਦਬੀਆਂ ਦੇ ਕੇਸਾਂ 'ਚ ਸਜ਼ਾ ਦਿੱਤੀ ਹੁੰਦੀ, ਇਹ ਨਾ ਹੁੰਦਾ। ਠੀਕ ਹੈ ਨਾ ਜੀ। ਸੋ ਪੋਲੀਟੀਕਲ ਸਿਸਟਮ ਸਾਡਾ ਬਿਲਕੁਲ ਨਹੀਂ ਠੀਕ। ਇਹ ਨਾ ਠੀਕ ਹੋਣ ਦੇ ਚਾਂਸਸ ਨੇ। ਪੋਲੀਟੀਕਲ ਪਾਰਟੀਜ਼ ਨੇ ਕਰਪਟ ਨੇ, ਪੋਲੀਟੀਕਲ ਲੋਕ ਬੇਈਮਾਨ ਨੇ, ਪੋਲੀਟੀਕਲ ਲੋਕ ਜਿਹੜੇ ਨੇ ਉਹ ਮੌਕਾ ਸ਼ਨਾਖਤ ਨੇ। ਉਹਨਾਂ ਨੂੰ ਮੇਰੇ ਲੋਕਾਂ ਦੀ ਤੁਹਾਡੀ ਕੋਈ ਉਹਨਾਂ ਨੂੰ ਹੈ ਨਹੀਂ ਸਾਰ ਹੈ ਰਾਜ ਕਰਨ ਦੀ। ਫਿਰ ਪੋਲੀਟੀਕਲ ਸਿਸਟਮ ਜੇ ਇਸ ਤਰੀਕੇ ਦਾ ਵਿਖਰਾਵ ਹੋਇਆ ਪਿਆ, ਵਿਖਰਿਆ ਪਿਆ, ਤਾਂ ਫਿਰ ਜੁਡੀਸ਼ਰੀ ਜਿਹੜੀ ਹੈਗੀ ਹੈ ਉਹਨੂੰ ਆਪਣਾ ਅਪਰ ਹੈਂਡ ਰੱਖ ਕਿਉਂ ਨਹੀਂ ਰਹੀ ਜਾਂ ਕਿਉਂ ਨਹੀਂ ਕਰ ਸਕਦੀ? ਕਿਉਂਕਿ ਕਾਨੂੰਨ ਫਿਰ ਸਭ ਤੋਂ ਉੱਪਰ ਹੈਗਾ। ਕੀ ਉੱਥੇ ਵੀ ਗੜਬੜਾਂ ਨੇ? ਉਹਦੇ ਨਾਲ ਗੜਬੜਾਂ, ਤੁਸੀਂ ਇਸ ਗੱਲ ਨੂੰ ਸ਼ਾਇਦ ਪਬਲਿਕ 'ਤੇ ਜਾਵੇ ਤਾਂ ਮਾਈਂਡ ਕਰਨ, ਕੁਛ ਲੋਕ ਮਾਈਂਡ ਕਰਨ। ਜਿਸ ਮੁਲਕ ਦੇ ਵਿੱਚ ਚੀਫ ਜਸਟਿਸ ਇਹ ਗੱਲ ਕਹਿੰਦਾ ਹੈ ਵੀ ਮੈਂ ਬੜਾ ਹਿੰਦੂਪਨ ਦੀ ਜਿਹੜੀ ਹੈ ਸੇਵਾ ਕੀਤੀ ਹੈ, ਬਾਬਰੀ ਮਸਜਿਦ ਦੀ ਜਗ੍ਹਾ ਮੰਦਰ ਬਣਵਾ ਕੇ, ਰਾਜਨ ਗਗੋਈ ਨੇ ਇਹੋ ਕਿਹਾ। ਉਸ ਤੋਂ ਬਾਅਦ ਬੋਬਦੇ ਆਏ, ਉਹਨੇ ਵੀ ਇਹੋ ਸਿਫਤ ਕੀਤੀ। ਉਹਨਾਂ ਇਹ ਨਹੀਂ ਕਿਹਾ ਵੀ ਅਸੀਂ ਮੰਦਰ ਤਾਂ ਬਣਾ ਦਿੱਤਾ, ਅਸੀਂ ਜਿਹੜਾ ਹੈ ਜੁਡੀਸ਼ਲ ਸਿਸਟਮ ਦਾ ਮੰਦਰ, ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਇਨਸਾਫ ਦੇਣ ਦਾ ਮੰਦਰ, ਉਹ ਢਾਹ ਦਿੱਤਾ।
ਜਦੋਂ ਦਾ ਉਹ ਫੈਸਲਾ ਹੋਇਆ ਅਦਾਲਤਾਂ ਦੀ ਜਿਹੜੀ ਹੈ ਸਿਸਟਮ ਉਹ ਥੱਲੇ ਹੀ ਗਈ ਹੈ। ਬਹੁਤ ਬਹੁਤ ਧੰਨਵਾਦ। ਮੇਰਾ ਟਾਈਮ ਥੋੜਾ ਖਤਮ ਹੋ ਰਿਹਾ, ਮੈਂ ਅਗਲੀ ਵਾਰ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ। ਸੋ ਐਸੀ ਗੱਲ ਹੈ, ਸਾਡਾ ਜੁਡੀਸ਼ੀਅਲ ਸਿਸਟਮ ਤੇ ਸਾਰਾ ਨਹੀਂ ਰਹਿ ਸਕਦਾ। ਜੁਡੀਸ਼ੀਅਲ ਸਿਸਟਮ ਨੇ ਵੀ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਸਟਮ ਹੈ ਨਾ, ਉਹਦੇ ਨਾਲ ਕਰਪਟ ਹੋਣਾ, ਉਹਦੇ ਨਾਲ ਗੜਬੜ ਹੋਣੀ ਹੈ। ਸੋ ਜੁਡੀਸ਼ੀਅਲ ਸਿਸਟਮ ਤੇ ਸਾਨੂੰ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਇਹ ਸਾਡੇ ਨਾਲ ਸੀਗੇ ਅਮਰ ਸਿੰਘ ਚਹਿਲ, ਜੋ ਕਿ ਸੀਨੀਅਰ ਵਕੀਲ ਨੇ, ਐਡਵੋਕੇਟ ਨੇ, ਹਿਊਮਨ ਰਾਈਟਸ ਲਈ ਲੜਦੇ ਰਹੇ ਨੇ। ਖਾਸ ਕਰਕੇ ਸਿੱਖੀ ਮੁੱਦਿਆਂ ਤੇ ਇਹਨਾਂ ਨੇ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕੀਤੀ ਹੈ। ਹੁਣ ਵੀ ਬੰਦੀ ਸਿੱਖਾਂ ਦੀ ਰਿਹਾਈ ਲਈ ਜਦੋਜਹਿਦ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਸਾਰੀ ਪ੍ਰੋਬਲਮ ਜਿਹੜੀ ਹੈ ਉਹ ਪੋਲੀਟੀਕਲ ਸਿਸਟਮ ਦੇ ਵਿੱਚ ਹੈ ਤੇ ਉਸੇ ਦੇ ਨਾਲ ਜੁੜਿਆ ਹੋਇਆ ਜਿਹੜਾ ਜੁਡੀਸ਼ੀਅਲ ਸਿਸਟਮ ਹੈਗਾ ਉਹ ਵੀ ਉਸ ਤਰੀਕੇ ਨਾਲ ਕੰਮ ਨਹੀਂ ਕਰਦਾ ਜਿਵੇਂ ਕਿ ਉਹਨੂੰ ਕਰਨਾ ਚਾਹੀਦਾ ਹੈ। ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ। ਮੇਰੇ ਕੈਮਰਾ ਪਰਸਨ ਕੁਲਜਿੰਦਰ ਸੂਦ ਜੋ ਮੇਰਾ ਹਮੇਸ਼ਾ ਸਾਥ ਦਿੰਦੇ ਹੈ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਜਿਹੜੇ ਸਾਡੇ ਮਹਿਮਾਨ ਸੀ ਉਹਨਾਂ ਦਾ ਵੀ ਸ਼ੁਕਰੀਆ ਤੇ ਤੁਹਾਡਾ ਸਭ ਦੇਖਣ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।